ਸਾਡੇ ਨਾਲ ਜੁੜਿਆ ਪਿੰਡ ਹੋਤੀਪੁਰ ਦੇ ਸਰਪੰਚ ਲਵਜੀਤ ਸਿੰਘ ਬੱਬੀ। ਅਸੀਂ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਵੀ ਜਿਹੜਾ ਪਿੰਡ ਦਾ ਇੱਥੇ ਵਿਕਾਸ ਕੀਤਾ ਇਹਨਾਂ ਨੇ, ਉਹ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਹੈਗਾ ਇਸ ਵਿਕਾਸ ਪ੍ਰਤੀ, ਪਿੰਡ ਦੀ ਸੇਵਾ ਕਰਨ ਦੇ ਪ੍ਰਤੀ ਕਿਸ ਤਰ੍ਹਾਂ ਦਾ ਜਿਹੜਾ ਇਹ ਜਜ਼ਬਾ ਜਿਹੜਾ ਇਹਨਾਂ ਦੇ ਕਦੋਂ ਤੋਂ ਪੈਦਾ ਹੋਇਆ। ਸੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਕਿ ਤੁਸੀਂ ਸਾਡੇ ਪਿੰਡ ਨੂੰ ਇੰਨਾ ਮਾਣ ਬਖਸ਼ਿਆ। ਤੁਸੀਂ ਸਾਰੇ ਆਏ ਹੋ, ਜੀ ਆਇਆਂ ਨੂੰ। ਔਰ ਜਿੱਥੋਂ ਤੱਕ ਗੱਲ ਕਰਦੇ ਹਾਂ ਅਸੀਂ ਇਸ ਵਿਕਾਸ ਦੀ, ਸੋ ਮੇਰਾ ਜਿਹੜਾ ਪਿਛਲਾ 7-8 ਸਾਲ ਦਾ ਜਿਹੜਾ ਸਮਾਂ ਹੈ ਉਹ ਆਸਟ੍ਰੇਲੀਆ ਗੁਜ਼ਰਿਆ। ਤੇ ਇੱਥੇ ਆਉਣ ਤੋਂ ਬਾਅਦ ਫਾਦਰ ਸਾਹਿਬ ਵੱਲੋਂ ਮਤਲਬ ਇਹ ਹਦਾਇਤ ਕੀਤੀ ਗਈ ਸਰਪੰਚੀ ਲੜਨ ਦੀ, ਕਿਉਂਕਿ ਪੈਸਾ ਸਰਕਾਰਾਂ ਦਿੰਦੀਆਂ ਪਰ ਕੋਈ ਕੁਛ ਕਰਦਾ ਨਹੀਂ ਗਾ। ਆਪਾਂ ਵੇਖ ਹੀ ਰਹੇ ਹਾਂ ਪਿਛਲੇ 30-40 ਸਾਲ ਤੋਂ, ਕਿਉਂਕਿ ਸਰਕਾਰਾਂ ਆਪਣਾ ਫਰਜ਼ ਨਿਭਾਉਂਦੀਆਂ, ਚਾਹੇ ਉਹ ਪਰਸੈਂਟੇਜ ਹੋ ਜਾਏ, ਕਿਸੇ ਤਰ੍ਹਾਂ ਵੀ ਉਹ ਪੈਸਾ ਪਿੰਡਾਂ ਤੱਕ ਪਹੁੰਚਦਾ ਕਰਦੀਆਂ ਨੇ। ਇਸ ਤਰ੍ਹਾਂ ਨਹੀਂ ਹੈਗਾ ਕਿ 0% ਪੈਸਾ ਹੀ ਆਵੇ। ਵੀ ਤੁਸੀਂ ਪਿੰਡ ਦੀ ਸੇਵਾ ਵਾਸਤੇ ਅੱਗੇ ਆਏ ਹੋ, ਪਿੰਡ ਦੀ ਸੇਵਾ ਕਰਨ ਵਾਸਤੇ ਤੁਹਾਨੂੰ ਇਲੈਕਸ਼ਨ ਲੜਨਾ ਪਿਆ ਜਾਂ ਲੋਕਾਂ ਨੇ ਖੁਦ ਚੁਣ ਲਿਆ ਸੀਗਾ ਵੀ ਪਿੰਡ ਦਾ ਜਿਹੜਾ ਵਿਕਾਸ ਕਰਵਾਓ ਤੁਸੀਂ? ਨਹੀਂ, ਇਲੈਕਸ਼ਨ ਲੜਨਾ ਪਿਆ ਜੀ। ਬੜਾ ਲੰਮਾ ਇਲੈਕਸ਼ਨ ਲੜਿਆ ਸੀ, 10 ਮਹੀਨੇ 10 ਦਿਨ। ਕਿਉਂਕਿ ਗੱਲ ਇਹ ਹੈ ਕਿ ਇਹ ਚਾਹੇ ਇਹਨੂੰ ਤੁਸੀਂ ਸੱਭਿਆਚਾਰ ਕਹਿ ਲਓ, ਚਾਹੇ ਤੁਸੀਂ ਕਲਚਰ ਦਾ ਅੰਗ ਕਹਿ ਲਓ, ਜਿਹੜਾ ਬੰਦਾ ਇੱਕ ਵਾਰੀ ਇੱਥੇ ਕੁਰਸੀ 'ਤੇ ਬਹਿ ਜਾਂਦਾ, ਚਾਹੇ ਉਹ ਕੁਛ ਕਰੇ ਨਾ ਕਰੇ, ਉਹ ਇਹ ਨਹੀਂ ਸੋਚਦਾ ਕਿ ਮੈਂ ਕੁਛ ਕੀਤਾ ਨਹੀਂ ਤੇ ਮੈਂ ਛੱਡ ਦੇਵਾਂ। ਸੋ ਜਿਹੜੀ ਪਿਛਲੀ ਸਰਪੰਚੀ ਸੀ ਉਹ 15-20 ਸਾਲ ਤੋਂ ਕਿਸੇ ਇੱਕ ਘਰ ਦੇ ਕੋਲ ਸੀਗੀ। ਸੋ ਉਹ ਗੱਲਾਂ 'ਚ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਸਾਡੀ ਤਾਂ ਲੱਤ ਨਾਲ ਬੰਨੀ ਹੈ, ਗੱਲ ਹੀ ਕੋਈ ਨਹੀਂ। ਸੋ ਜਦੋਂ ਇਹੋ ਜਿਹੀਆਂ ਗੱਲਾਂ ਸੁਣੀਆਂ, ਲੋਕ ਤੰਗ ਸੀਗੇ ਪਰ ਕੋਈ ਲੜਨ ਵਾਲਾ ਨਹੀਂ ਸੀਗਾ। ਸੋ ਉੱਧਰੋਂ ਫਾਦਰ ਸਾਹਿਬ ਦੀ ਜਿਹੜੇ ਥਾਪੜਾ ਸੀਗਾ ਉਹਨੂੰ ਲੈ ਕੇ ਹੀ ਇਹਦੇ ਅੱਗੇ ਆਏ, ਕਿਉਂਕਿ ਮੈਂ ਬੀਬੀ ਪਟੇਲ ਜੀ ਹਰਾਂ ਵੱਲੋਂ ਜਿਹੜੇ ਪਿੰਡ ਸਾਨੂੰ ਸੌਂਪੇ ਗਏ ਸੀਗੇ ਇਲੈਕਸ਼ਨ ਤੋਂ ਪਹਿਲਾਂ, ਉਹਦੇ ਵਿੱਚ ਵੀ ਵਰਕ ਕਰਦਾ ਰਿਹਾ। ਮੂਨਕ ਦੇ ਜੁਗਨ ਸਿੱਖ ਹੋਰਾਂ ਦੇ ਨਾਲ ਮੈਂ 20-22 ਪਿੰਡਾਂ 'ਚ ਕੰਮ ਕੀਤਾ ਸੀਗਾ। ਸੋ ਥੋੜ੍ਹੀ ਜਾਣਕਾਰੀ ਉਦੋਂ ਹੋ ਗਈ, ਤਾਂ ਫਿਰ ਇੰਨੇ ਚਿਰ ਨੂੰ ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਸਰਪੰਚੀਆਂ ਨੇੜੇ ਆ ਗਈਆਂ। ਸੋ ਇਸ ਚੀਜ਼ ਨੂੰ ਲੈ ਕੇ ਕਿ ਕੁਛ ਕਰਕੇ ਦਿਖਾਈਏ, ਤਾਂ ਕਰਕੇ ਅੱਗੇ ਆਉਣਾ ਪਿਆ। ਔਰ ਲੋਕਾਂ ਦੀ ਡਿਮਾਂਡ ਸੀਗੀ, ਪਰ ਜਦੋਂ ਕਹਿੰਦੇ ਕਿ ਕਿਸੇ ਤਗੜੇ ਨੂੰ ਢਾਉਣਾ ਹੋਵੇ ਤਾਂ ਬਰਾਬਰ ਵੀ ਤਗੜਾ ਹੀ ਚਾਹੀਦਾ। ਸੋ ਮੈਂ ਆਪਣੇ ਆਪ ਨੂੰ ਤਗੜਾ ਤਾਂ ਨਹੀਂ ਕਹਿੰਦਾ, ਪਰ ਲੋਕ ਜਦੋਂ ਨਾਲ ਹੋਣ ਉਦੋਂ ਬੰਦਾ ਤਗੜਾ ਹੋ ਜਾਂਦਾ। ਮੈਦਾਨ ਦੇ ਵਿੱਚ ਉਤਰੇ, ਉਸ ਤੋਂ ਬਾਅਦ ਦੇ ਵਿੱਚ ਦੂਜੀ ਐਂਟੀ ਪਾਰਟੀ ਦੇ ਨਾਲ ਵੀ ਜਿਹੜਾ ਹੈਗਾ ਲੜਾਈ ਸੀ ਸਾਡੀ ਇਲੈਕਸ਼ਨਾਂ ਪ੍ਰਤੀ, ਤਾਂ ਪਿੰਡ ਦੇ ਲੋਕਾਂ ਵੱਲੋਂ ਕਿਹੋ ਜਿਹਾ ਤੁਹਾਨੂੰ ਸਹਿਯੋਗ ਮਿਲਿਆ? ਇਲੈਕਸ਼ਨ ਜਿੱਤਣ ਤੋਂ ਬਾਅਦ ਪਹਿਲੀ ਗੱਲ ਤਾਂ ਮੈਂ ਕਦੀ ਮਨ 'ਚ ਨਹੀਂ ਰੱਖਿਆ ਕਿ ਮੈਨੂੰ ਕਿਸੇ ਵੋਟ ਪਾਈ ਹੈ ਜਾਂ ਨਹੀਂ ਪਾਈ। ਸੋ ਅਸੀਂ ਬਿਨਾਂ ਵਿਤਕਰਾ, ਤੁਸੀਂ ਪਿੰਡ 'ਚ ਜਾ ਸਕਦੇ ਹੋ, ਕਿਤੇ ਵੀ ਖੜ ਕੇ ਕਿਸੇ ਨਾਲ ਵੀ ਗੱਲ ਕਰ ਸਕਦੇ ਹੋ, ਅਸੀਂ ਵਿਤਕਰਾ ਨਹੀਂ ਕੀਤਾ। ਪਰ ਕਈਆਂ ਥਾਵਾਂ 'ਤੇ ਥੋੜ੍ਹਾ ਮੁਸ਼ਕਿਲ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਜਦੋਂ ਕਿਸੇ ਦੇ ਥੱਲਿਓਂ ਸਰਕਾਰੀ ਜ਼ਮੀਨ ਆਪਾਂ ਲੈਂਦੇ ਹਾਂ ਵਾਪਸ, ਤਾਂ ਉਹਨੂੰ ਐਂ ਲੱਗਦਾ ਕਿ ਪਤਾ ਨਹੀਂ ਮੇਰੀ ਖੁਦ ਦੀ ਆ। ਪਰ ਉਹਨਾਂ ਨੂੰ ਸਮਝਾ ਕੇ ਵੀ, ਬੁਝਾ ਕੇ ਉਹ ਵੀ ਅਸੀਂ ਕੀਤਾ, ਕਿਉਂਕਿ ਸਾਡਾ ਸਭ ਤੋਂ ਪਹਿਲਾ ਸਟੈਪ ਸੀਗਾ ਪੰਚਾਇਤੀ ਜਿਹੜੀ ਸ਼ਾਮਲਾੜ ਜ਼ਮੀਨ ਹੈ ਉਹਦਾ ਅਸੀਂ ਸਹੀ ਉਹਦੀ ਮਿਣਤੀ ਕਰਵਾਈ ਸੀ। ਔਰ 3.25 ਕਿੱਲੇ ਜ਼ਮੀਨ ਹੈ ਜਿਹੜੀ ਉਹ ਅਸੀਂ ਕਢਵਾਈ ਸੀਗੀ। ਸੋ ਉਹਨਾਂ ਨੂੰ ਦੁੱਖ ਵੀ ਹੁੰਦਾ ਇਸ ਗੱਲ ਦਾ, ਕਿਉਂਕਿ ਜਿਹੜਾ ਬੰਦਾ ਕਿਸੇ ਚੀਜ਼ ਨਾਲ ਜੁੜ ਚੁੱਕਿਆ, ਚਾਹੇ ਉਹ 2 ਸਾਲ ਹੈ ਚਾਹੇ ਉਹ 20 ਸਾਲ ਹੈ, ਤਾਂ ਉਹਨੂੰ ਲੱਗਦਾ ਕਿ ਯਾਰ ਨਹੀਂ, ਇਹਦਾ ਮੈਂ ਮਾਲਕ ਹਾਂ। ਪਰ ਅਸਲ ਦੇ ਵਿੱਚ ਲੋਕਾਂ ਨੂੰ ਆਪਣਾ ਫਰਜ਼ ਆਪ ਪਛਾਣਨਾ ਚਾਹੀਦਾ। ਜਿਹੜੀ ਚੀਜ਼ ਉਸ ਮਾਲਕ ਨੇ ਸਾਨੂੰ ਦਿੱਤੀ ਨਹੀਂ, ਉਹਦੇ 'ਤੇ ਅਸੀਂ ਕਦੀ ਕਾਬਜ਼ਕਾਰ ਨਹੀਂ ਹੋ ਸਕਦੇ। ਜਿਹੜਾ ਦਾਣਾ ਉਹਨੇ ਦੇਣਾ ਤੁਸੀਂ ਉਹੀ ਖਾਣਾ। ਪਿੰਡ ਦੇ ਵਿਕਾਸ ਨੂੰ ਲੈ ਕੇ ਕਿਹੜੇ ਵਿਅਕਤੀਆਂ ਦੀ ਟੀਮ ਆ ਜਿਹੜੀ ਤੁਹਾਡੇ ਨਾਲ ਰਾਤ ਦਿਨ ਆ ਜਿਹੜੀ ਉਹ ਇਹ ਕੰਮ ਕਰ ਰਹੀ ਆ? ਸੋ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਸਾਰੇ ਪਿੰਡ ਨੇ ਹੀ ਮਤਲਬ ਕਾਫੀ ਜ਼ਿਆਦਾ ਸਪੋਰਟ ਕੀਤੀ ਇਸ ਅੱਗੇ ਆਉਣ ਲਈ। ਉਸ ਤੋਂ ਬਾਅਦ ਮੇਰੇ ਜਿਹੜੇ ਪੰਚਾਇਤ ਦੇ 5 ਮੈਂਬਰ ਸਾਹਿਬਾਨ ਨੇ ਉਹ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ। ਔਰ ਮੇਰੇ ਨਾਲ ਮੇਰੇ ਮਾਮਾ ਜੀ ਦਾ ਬੇਟਾ ਹੈਗਾ ਜਸਵਿੰਦਰ, ਔਰ ਇੱਕ ਮਲਕੀਤ, ਔਰ ਹੋਰ ਮੈਂ ਕਿਹਦਾ ਨਾਂ ਲਵਾਂ, ਸਾਰੇ ਹੀ ਇਸ ਤਰ੍ਹਾਂ ਕੰਮ ਕਰਦੇ ਆ ਕਿ ਮੈਂ ਜੇ ਇੱਥੇ ਨਾ ਵੀ ਹੋਵਾਂ ਤਾਂ ਉਹ ਫਿਰ ਵੀ ਸਾਰੇ ਕੰਮ ਨੂੰ ਟੈਕਲ ਕਰਦੇ ਆ। ਸੋ ਉਹਦੇ ਨਾਲ ਬੰਦੇ ਦਾ ਹੌਸਲਾ ਵੱਧ ਜਾਂਦਾ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੇ ਹੁੰਦੇ ਆ ਕਿ ਅਸੀਂ ਕਿਤੇ ਸਾਡਾ ਜਾਣਾ ਜ਼ਰੂਰੀ ਹੋ ਜਾਂਦਾ, ਉੱਧਰੋਂ ਪਿੰਡ ਦੇ ਵਿੱਚ ਵੀ ਜਿਹੜਾ ਕੰਮ ਹੈ ਉਹ ਵੀ ਚੱਲਦਾ ਹੁੰਦਾ। ਸੋ ਮੇਰੇ ਨਾਲ ਜਿਹੜੀ ਮੇਰੀ ਟੀਮ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਹਰ ਔਖੇ ਸੌਖੇ ਸਮੇਂ ਦੇ ਵਿੱਚ ਮੇਰਾ ਸਾਥ ਦਿੰਦੇ ਆ। ਕੇਂਦਰ ਸਰਕਾਰ ਨੇ 3 ਕਾਨੂੰਨ ਬਣਾ ਕੇ ਉਹ ਸਾਰੇ ਦੇਸ਼ ਦੇ ਕਿਸਾਨਾਂ ਦੇ ਸਿਰ 'ਤੇ ਮੜਤੇ। ਉਹ ਕਿਸਾਨੀ ਸੰਘਰਸ਼ 1 ਸਾਲ ਤੋਂ ਜਿਹੜਾ ਉਹ ਦਿੱਲੀ ਦੇ ਵਿੱਚ ਸਾਡਾ ਬਾਰਡਰਾਂ 'ਤੇ ਚੱਲ ਰਿਹਾ, ਉਸ ਸੰਘਰਸ਼ ਦੇ ਵਿੱਚ ਤੁਹਾਡੇ ਵੱਲੋਂ, ਤੁਹਾਡੀ ਟੀਮ ਵੱਲੋਂ ਜਾਂ ਤੁਹਾਡੀ ਪੰਚਾਇਤ ਵੱਲੋਂ ਕਿਹੋ ਜਿਹਾ ਜਿਹੜਾ ਉਹ ਯੋਗਦਾਨ ਦਿੱਤਾ ਗਿਆ? ਅਸੀਂ ਜੀ ਜਦੋਂ 26 ਨਵੰਬਰ ਨੂੰ ਇੱਥੋਂ ਦਿੱਲੀ ਨੂੰ ਸੰਗਤਾਂ ਰਵਾਨਾ ਹੋਈਆਂ ਸੀਗੀਆਂ, ਅਸੀਂ ਉਹਨਾਂ ਦੇ ਨਾਲ ਸੀਗੇ। ਔਰ 27 ਸ਼ਾਮ ਨੂੰ ਜਾ ਕੇ ਉੱਥੇ ਮੋਰਚਾ ਲੱਗਿਆ, ਇੱਕ ਰਾਤ ਰਸਤੇ 'ਚ ਲੱਗੀ ਸੀਗੀ। ਉਦੋਂ ਤੋਂ ਲੈ ਕੇ ਸਾਡਾ ਬਕਾਇਦਾ ਟੈਂਟ ਹੈ ਜਿਹੜਾ ਉੱਥੇ ਲੱਗਾ ਹੋਇਆ। ਔਰ ਹੋਤੀਪੁਰ, ਨਵਾਂਗਾਉਂ 2 ਪਿੰਡਾਂ ਦੇ ਜਿਹੜੇ ਵਾਸੀ ਨੇ
ਉਹ ਸਮੇਂ-ਸਮੇਂ ਸਿਰ ਆਪਣੀਆਂ ਡਿਊਟੀਆਂ ਦਿੰਦੇ ਆ, ਕਿਉਂਕਿ ਇੰਨਾ ਜਿਹੜਾ ਇਹ ਜ਼ੁਲਮ ਹੈ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ, ਇਹਦੇ ਪ੍ਰਤੀ ਬਹੁਤ ਵੱਡਾ ਰੋਸ ਹੈ ਔਰ ਰੋਸ ਵੀ ਸੱਚਾ ਹੈ। ਔਰ ਜਿੱਥੋਂ ਤੱਕ ਮੈਂ ਜਾਣਕਾਰੀ ਰੱਖਦਾ, ਇਹਦੇ 'ਚ ਕੇਂਦਰ ਜਿਹੜੀ ਸਰਕਾਰ ਹੈ ਉਹ ਇੱਕ ਕਠਪੁਤਲੀ ਹੈ। ਇਹਦੇ ਪਿੱਛੇ ਤਾਕਤਾਂ ਹੋਰ ਕੰਮ ਕਰਦੀਆਂ, ਜਿਹੜੀਆਂ ਕਿ ਲੋਕਾਂ ਨੂੰ ਆਪਣੇ ਪੈਰਾਂ ਦੇ ਥੱਲੇ ਬਿਠਾਉਣਾ ਚਾਹੁੰਦੀਆਂ, ਵੀ ਜੇ ਅਸੀਂ ਪੈਰ ਚੱਕਾਂਗੇ ਤਾਂ ਤੁਸੀਂ ਉੱਠੋਗੇ, ਨਹੀਂ ਤੇ ਫਿਰ ਇੱਥੇ ਹੀ ਜੀਵਨ ਬਸਰ ਕਰਨਾ ਸਿੱਖੋ ਕਿਵੇਂ ਕਰਨਾ। ਸੋ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਘੱਟ ਥਾਵਾਂ ਨੇ ਜਿੱਥੇ ਮਾਲਕੀ ਰਹਿ ਗਈ ਹੈ, ਪਰ ਹਿੰਦੁਸਤਾਨ ਇੱਕ ਇਹੋ ਜਿਹੀ ਧਰਤੀ ਹੈ ਜਿੱਥੇ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦਾ ਜਿਹੜਾ ਦੇਸ਼ ਹੈ, ਉੱਥੇ ਮਾਲਕੀ ਲੋਕਾਂ ਦੇ ਕੋਲ ਹੈਗੀ ਹੈ। ਸੋ ਉਸ ਮਾਲਕੀ ਦੀ ਲੜਾਈ ਹੈ, ਉਹ ਖੋਹਣਾ ਚਾਹੁੰਦੇ ਹੈ ਔਰ ਲੋਕਾਂ ਦੀ ਉਹ ਮਾਲਕੀ ਹੈ ਉਹਨਾਂ ਦੇ ਖੂਨ ਦੇ ਵਿੱਚ ਵਸੀ ਹੈ, ਜਿਹਦੇ ਕਰਕੇ ਇਹ ਸੰਘਰਸ਼ ਚੱਲ ਰਿਹਾ ਔਰ ਪ੍ਰਮਾਤਮਾ ਕਰੂਗਾ ਇਹਦੇ ਵਿੱਚ ਜਿੱਤ ਵੀ ਕਿਸਾਨਾਂ ਦੀ ਹੋਊਗੀ, ਕਿਉਂਕਿ ਸੱਚ ਦੇ ਮਾਰਗ ਦੇ ਚੱਲਦਿਆਂ ਉਸਤਤ ਕਰੇ ਜਹਾਨ। ਸੋ ਉਹਦੇ 'ਚ ਕਦੀ ਵੀ ਬੰਦੇ ਨੂੰ ਕੰਡ ਨਹੀਂ ਲੱਗ ਸਕਦੀ, ਚਾਹੇ ਦੇਰ ਹੋ ਸਕਦੀ ਹੈ ਪਰ ਨਾਕਾਮੀ ਨਹੀਂ ਮਿਲ ਸਕਦੀ। ਪਿੰਡਾਂ ਦੀ ਪੰਚਾਇਤ ਨੂੰ ਆਮ ਆਪਾਂ ਦੇਖਦੇ ਹਾਂ ਰੂਟੀਨ ਦੇ ਵਿੱਚ, ਜਦੋਂ ਆਪਾਂ ਵਿਚਰਦੇ ਹਾਂ ਪਿੰਡਾਂ ਦੇ ਵਿੱਚ, ਤਾਂ ਲੋਕਾਂ ਵੱਲੋਂ ਪੰਚਾਇਤ ਨੂੰ ਜਿਹੜਾ ਉਹ ਪਿੰਡ ਦੇ ਪੈਸੇ ਖਾਣ ਵਾਲੀ ਗਿਣਿਆ ਜਾਂਦਾ। ਤੁਸੀਂ ਪਿੰਡ ਦਾ ਜਿਹੜਾ ਵਿਕਾਸ ਆ, ਉਹ ਤੁਸੀਂ ਵਿਕਾਸ ਵਾਸਤੇ ਪੈਸੇ ਕਿੱਥੋਂ ਲੈ ਕੇ ਆ ਰਹੇ ਆ? ਇਹ ਗੱਲ ਬਿਲਕੁਲ ਸਹੀ ਹੈ, ਕਿਉਂਕਿ ਇੱਕ ਧਾਰਨਾ ਬਣੀ ਹੋਈ ਹੈ, ਕਿਉਂਕਿ ਕੁਝ ਲੀਡਰ ਵੀ ਇਹ ਕਹਿੰਦੇ ਕਿ ਅਸੀਂ ਤੈਨੂੰ ਪੈਸਾ ਦੇਤਾ ਹੈ ਨਾ, ਤੂੰ ਲਾ ਨਾ ਲਾ। ਉਹਨਾਂ ਦਾ ਜਿਹੜਾ ਮਤਲਬ ਇਸ ਤਰ੍ਹਾਂ ਦਾ ਕਿਸੇ ਬੰਦੇ ਨੂੰ ਹੌਸਲਾ ਉਹ ਵੀ ਉਹਨੂੰ ਗਲਤ ਰਾਹ 'ਤੇ ਤੋਰਦਾ। ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਬਣਦੀ ਹੈ ਕਿ ਕਿਸੇ ਨੂੰ ਗਲਤ ਤੋਰਨਾ ਜਾਂ ਕਿਸੇ ਨੂੰ ਸਹੀ ਤੋਰਨਾ, ਪਰ ਸਰਪੰਚਾਂ ਦਾ ਵੀ ਮੈਂ ਕਹਿੰਦਾ ਕਿ ਉਹਨਾਂ ਨੂੰ ਆਪਣਾ ਨੈਤਿਕ ਫਰਜ਼ ਪਛਾਣਨਾ ਚਾਹੀਦਾ। ਉਮਰਾਂ ਬਹੁਤ ਛੋਟੀਆਂ ਹੋ ਗਈਆਂ, ਚਾਹੇ ਉਹਨੂੰ ਅਸੀਂ ਵਾਤਾਵਰਨ ਕਰਕੇ ਕਹਿ ਲਈਏ, ਚਾਹੇ ਉਹਨੂੰ ਖਾਣ ਪੀਣ ਲਈ ਕਹਿ ਲਈਏ। ਸੋ ਉਮਰ ਦੀ ਜਿਹੜੀ ਸੀਮਾ ਸੀ ਉਹ ਘਟ ਗਈ ਹੈ। ਹੁਣ ਤਾਂ ਇਹ ਹੈ ਕਿ ਜਿੰਨੀ ਤੁਹਾਡੇ ਕੋਲ ਬਚੀ ਹੈ, ਜਿੰਨੇ ਮਾਲਕ ਨੇ ਤੁਹਾਨੂੰ ਦਿੱਤੇ, ਉਹਨੂੰ ਚੰਗੇ ਪਾਸੇ ਲਾਇਆ ਜਾਵੇ। ਔਰ ਪਿੰਡਾਂ 'ਚ ਸਭ ਕੁਝ ਹੋ ਸਕਦਾ ਜੇਕਰ ਪੰਚਾਇਤ ਚਾਹਵੇ ਤਾਂ। ਔਰ ਦੂਜੀ ਰਹੀ ਗੱਲ ਪੈਸਾ ਕਿੱਥੋਂ ਆਇਆ, ਪੈਸਾ ਚਲੋ ਪਿੱਛੇ ਦੌਰ ਹੈ ਜਿਹੜਾ ਉਹ ਕਰੋਨਾ ਦਾ ਗੁਜ਼ਰਿਆ, ਸਰਕਾਰ ਨੇ ਫਿਰ ਵੀ ਜਿੰਨਾ ਕੁ ਹੋ ਸਕਿਆ ਕੀਤਾ, ਪਰ ਅਜੇ ਬਹੁਤ ਘੱਟ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਆਹ ਵਾਲੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਪੰਚਾਇਤਾਂ ਦੀ ਬਾਂਹ ਫੜੂਗੀ। ਔਰ ਬਾਕੀ ਦਾ ਜਿਹੜਾ ਕੰਮ ਹੈ ਉਹ ਅਸੀਂ ਕਾਫੀ ਜ਼ਿਆਦਾ ਹੱਦ ਤੱਕ ਨਰੇਗਾ ਦੇ ਥਰੂ ਕਰਵਾਇਆ। ਉਹਦੇ ਵਿੱਚ ਮੁਸ਼ਕਿਲ ਇਹ ਆ ਜਾਂਦੀ ਹੈ ਕਿ ਪਹਿਲਾਂ ਸਾਨੂੰ ਇਨਵੈਸਟਮੈਂਟ ਕਰਨੀ ਪੈਂਦੀ ਹੈ, ਫਿਰ ਜਾ ਕੇ ਮਨਰੇਗਾ ਦੀ ਪੇਮੈਂਟ ਹੈ ਜਿਹੜੀ ਉਹ 6 ਸਾਲ ਮਹੀਨੇ, ਕਿਉਂਕਿ ਉਹਦਾ ਕੋਈ ਸਰਕਾਰ ਨੇ ਸਮਾਂ ਨਿਰਧਾਰਤ ਨਹੀਂ ਕੀਤਾ। ਸੋ ਇਹ ਮੈਂ ਸਰਕਾਰ ਨੂੰ ਬੇਨਤੀ ਵੀ ਤੁਹਾਡੇ ਮਾਧਿਅਮ ਦੇ ਜ਼ਰੀਏ ਕਰਦਾ ਕਿ ਜੇਕਰ ਕਿਸੇ ਪਿੰਡ ਦੇ ਵਿੱਚ ਕੰਮ ਹੋ ਗਿਆ, ਉਹਦੀਆਂ ਫਾਰਮੈਲਿਟੀਜ਼ ਪੂਰੀਆਂ ਹੋ ਚੁੱਕੀਆਂ, ਤਾਂ ਉਹਨੂੰ ਇੱਕ ਸਪੈਸੀਫਿਕ ਟਾਈਮ ਦੇ ਵਿੱਚ ਉਹਨੂੰ ਪੂਰਾ ਕਰਕੇ ਉਹਦੀ ਪੇਮੈਂਟ ਕਰਨੀ ਚਾਹੀਦੀ ਹੈ, ਤਾਂ ਜੋ ਉਹਦੇ ਵਿੱਚ ਹੋਰ ਹੌਸਲਾ ਹੋਵੇ ਅੱਗੇ ਕੰਮ ਕਰਨ ਦਾ। ਕਿਉਂਕਿ ਕਾਫੀ ਜ਼ਿਆਦਾ ਅਸੀਂ ਦੇਖਦੇ ਹਾਂ ਸਾਡੇ ਪਿੰਡਾਂ ਦੇ ਵਿੱਚ, ਮੂਨਕ ਬਲਾਕ ਅੰਦਾਣਾ ਦੇ ਵਿੱਚ ਕਈ ਸਰਪੰਚਾਂ ਨੇ ਪੈਸੇ ਲਾ ਲਏ ਵਿਚਾਰਿਆਂ ਨੇ, ਪਰ ਉਹਨਾਂ ਨੂੰ ਅਜੇ ਤੱਕ ਪੇਮੈਂਟਾਂ ਨਹੀਂ ਹੋਈਆਂ। ਸੋ ਕੋਈ ਮਾੜਾ ਵੀ ਹੁੰਦਾ, ਕੋਈ ਨਹੀਂ ਵੀ ਤਾਪ ਚੱਲ ਸਕਦਾ, ਤਾਂ ਫਰਮਾਂ ਵਾਲੇ ਸਮਾਨ ਨੇ ਜਿਹੜਾ ਉਧਾਰ ਆ ਉਹ 3 ਮਹੀਨੇ 6 ਮਹੀਨੇ ਲਈ ਦਿੰਦੇ ਆ, ਉਸ ਤੋਂ ਬਾਅਦ ਫਿਰ ਉਹਨੂੰ ਟਾਰਗੇਟ ਕਰਨਾ ਸਟਾਰਟ ਕਰ ਦਿੰਦੇ ਆ। ਸੋ ਇਹ ਵੀ ਸਰਕਾਰ ਨੂੰ ਚਾਹੀਦਾ ਕਿ ਵਿਕਾਸ ਕਿਸੇ ਤਰ੍ਹਾਂ, ਵਿਕਾਸ ਲਈ ਪੈਸੇ ਦੀ ਲੋੜ ਹੈ ਔਰ ਨਿਗਰਾਨੀ ਦੀ ਉਦੋਂ ਵੱਧ ਲੋੜ ਹੈ, ਵੀ ਉਹਦੇ 'ਤੇ ਨਿਗਰਾਨੀ ਰੱਖੀ ਜਾਵੇ ਵੀ ਉਹ ਸਹੀ ਤਰੀਕੇ ਨਾਲ ਯੂਜ਼ ਹੋ ਰਿਹਾ। ਜੇ ਨਹੀਂ ਹੋ ਰਿਹਾ ਤਾਂ ਸਰਕਾਰ ਨੂੰ ਚਾਹੀਦਾ ਕਿ ਉਹਦੇ ਉੱਤੇ ਨਿਗਰਾਨੀ ਕਰਕੇ ਉਹਨੂੰ ਦਰੁਸਤ ਕਰਾਵੇ। ਪਿੰਡਾਂ ਦੇ ਵਿੱਚ ਦੇਖਦੇ ਹਾਂ ਵੀ ਕੁਝ ਪਿੰਡਾਂ ਦੇ ਵਿੱਚ ਜਿਹੜੀ ਜ਼ਮੀਨ, ਪੰਚਾਇਤੀ ਜ਼ਮੀਨ ਆ ਜਿਹੜੀ, ਬਹੁਤ ਵੱਡੀ ਮਾਤਰਾ ਦੇ ਵਿੱਚ ਹੁੰਦੀ ਹੈ, ਬਹੁਤ ਜ਼ਿਆਦਾ ਏਕੜ ਹੁੰਦੇ ਆ, ਤਾਂ ਉਹਨਾਂ ਪਿੰਡਾਂ ਨੂੰ ਉੱਥੋਂ ਕਈ ਲੱਖ ਰੁਪਇਆ ਜਿਹੜਾ ਆਮਦਨ ਆ ਜਿਹੜੀ ਸਾਲਾਨਾ ਉੱਥੋਂ ਹੋ ਜਾਂਦੀ ਆ। ਤੁਹਾਡੇ ਪਿੰਡ ਹੋਤੀਪੁਰ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਕਿੰਨੇ ਏਕੜ ਹੈ? ਸਾਡੇ ਕੋਲ ਜੀ ਸਿਰਫ 17 ਏਕੜ ਜ਼ਮੀਨ ਹੈ, ਅਤੇ ਉਹ ਵੀ ਵਿਦਆਊਟ ਟਿਊਬਵੈੱਲ ਤੋਂ ਹੈ। ਉਹਨੂੰ ਕਨੈਕਸ਼ਨ ਅਜੇ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ, ਅਤੇ ਉਹਦੇ ਵਾਸਤੇ ਅਸੀਂ ਅਪਲਾਈ ਕੀਤਾ ਹੋਇਆ, ਪਰ ਕਿਉਂਕਿ ਬਿਨਾਂ ਕਨੈਕਸ਼ਨ ਤੋਂ ਜਿਹੜੀ ਖੇਤੀ ਕਰਨੀ ਹੈ ਉਹ ਅਸੰਭਵ ਵੀ ਇੱਕ ਹਿਸਾਬ ਦੀ। ਪਰ ਫਿਰ ਵੀ ਜਿਹੜੇ ਮੇਰੇ ਪਿੰਡ ਦੇ ਵਾਸੀ ਹੈ, ਜਦੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਪਿੰਡ ਦੇ ਵਿਕਾਸ ਲਈ ਪੈਸਾ ਚਾਹੀਦਾ, ਤਾਂ ਉਹਨਾਂ ਨੇ ਵੱਧ ਚੜ੍ਹ ਕੇ ਉਹਦਾ ਮਤਲਬ ਜਿਹੜਾ ਠੇਕਾ ਸੀਗਾ ਉਹ ਸਾਨੂੰ ਦਿੱਤਾ। ਅਤੇ ਉਹ ਸਾਡੀ ਕਾਫੀ ਵੱਡੀ ਮਦਦ ਵੀ ਹੋਈ। ਉਹਦੇ ਵਿੱਚ 4-5 ਲੱਖ ਰੁਪਇਆ ਜਿਹੜਾ ਉਹ ਸਾਨੂੰ ਇਹਦੇ ਵਿੱਚੋਂ ਸਾਲਾਨਾ ਜਿਹੜਾ ਬਣਦਾ, ਬਾਕੀ ਦਾ ਜਿਹੜਾ ਹਿੱਸਾ ਹੈ ਉਹ ਸੈਕਟਰੀ ਵੇਜਸ ਦੇ ਜ਼ਰੀਏ ਬਲਾਕ ਸੰਮਤੀ ਕੋਲ ਚਲਾ ਜਾਂਦਾ। ਸੋ ਇਸ ਕਰਕੇ ਸਾਡੇ ਕੋਲ ਜਿੰਨੀ ਵੀ 17 ਏਕੜ ਹੈ ਉਹ ਬਹੁਤ ਪਿੰਡ ਦੇ ਵਿਕਾਸ ਲਈ ਉਹ ਘੱਟ ਹੈ, ਪਰ ਫਿਰ ਵੀ ਜੇ ਤੁਸੀਂ ਉਹਨੂੰ ਸੁਚੱਜੇ ਢੰਗ ਨਾਲ ਕਿਤੇ ਲਾਉਂਦੇ ਹੋ ਔਰ ਜਿਹੜਾ ਕੰਮ ਤੁਸੀਂ ਕਰਦੇ ਹੋ ਉਹਨੂੰ ਉਹਦੀ ਵਧੀਆ ਬੁਨਿਆਦ ਹੋਵੇ, ਤਾਂ ਉਹ ਪੈਸਾ ਹੀ ਅਸੀਂ ਕਿਸੇ ਹੋਰ ਚੰਗੇ ਕੰਮ 'ਤੇ ਵੀ ਲਾ ਸਕਦੇ ਹਾਂ। ਜ਼ਰੂਰੀ ਨਹੀਂ ਕਿ ਹਰ ਵਾਰੀ ਤੁਸੀਂ ਇੱਟਾਂ ਅਤੇ ਗਲੀਆਂ ਅਤੇ ਨਾਲੀਆਂ ਹੀ ਬਣਾਈ ਜਾਣੀਆਂ। ਇਹ ਮੈਂ ਤਾਂ ਸਮਝਦਾ ਕਿ ਇਹ ਇੱਕ ਬੇਸਿਕ ਕੰਮ ਸੀਗਾ ਜਿਹੜਾ ਅੱਜ ਤੋਂ 30 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ, ਪਰ ਅਜੇ ਵੀ ਅਸੀਂ ਉੱਥੇ ਹੀ ਫਸੇ ਹੋਏ ਹਾਂ। ਕੰਮ ਤਾਂ ਇਸ ਤੋਂ ਬਾਅਦ ਸ਼ੁਰੂ ਹੁੰਦੇ ਆ, ਅਸਲ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਇਸ ਤੋਂ ਬਾਅਦ ਸ਼ੁਰੂ ਹੁੰਦੀਆਂ।
ਬਿਲਕੁਲ ਜਿਹੜੀ ਗੱਲ ਸਰਪੰਚ ਸਾਹਿਬ ਨੇ ਕਹੀ ਆ ਬਿਲਕੁਲ ਸਹੀ ਆ ਉਹ ਗੱਲ, ਕਿਉਂਕਿ ਸਾਡੀ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਾਡਾ ਦੇਸ਼ ਆ ਜਿਹੜਾ, ਹਜੇ ਤੱਕ ਪੰਚਾਇਤਾਂ ਜਿਹੜੀਆਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਉਹ ਗਲੀਆਂ ਨਾਲੀਆਂ ਦੀ ਉਲਝਣ ਦੇ ਵਿੱਚ ਹੀ ਉਲਝੀਆਂ ਹੋਈਆਂ। ਹਰ ਸਾਲ ਗ੍ਰਾਂਟ ਮਿਲਦੀ ਆ, ਉਹ ਗ੍ਰਾਂਟ ਗਲੀ 'ਤੇ ਲੱਗ ਜਾਂਦੀ ਆ, ਨਾਲੀ 'ਤੇ ਲੱਗ ਜਾਂਦੀ ਆ, ਪਿੰਡ ਦਾ ਹੋਰ ਕਿਸੇ ਪੱਖੋਂ ਜਿਹੜਾ ਵਿਕਾਸ ਨਹੀਂ ਕੀਤਾ ਜਾਂਦਾ। ਤੁਸੀਂ ਪਿੰਡ ਦਾ ਜਿਹੜਾ ਵਿਕਾਸ ਕੀਤਾ, ਪੈਸਾ ਲਾਇਆ, ਚਾਹੇ ਉਹ ਜਿਹੜਾ ਪੰਚਾਇਤੀ ਜ਼ਮੀਨ ਦਾ ਜਿਹੜਾ ਫੰਡ ਤੁਹਾਡੇ ਕੋਲ ਆਉਂਦਾ ਉਹਦੇ 'ਚੋਂ ਲਾਤਾ, ਜਾਂ ਤੁਹਾਨੂੰ ਕੁਝ ਗ੍ਰਾਂਟਾਂ ਮਿਲੀਆਂ, ਉਹ ਗ੍ਰਾਂਟਾਂ ਜਦੋਂ ਤੁਸੀਂ ਲਾਉਂਦੇ ਆ ਤੁਹਾਨੂੰ ਸਰਕਾਰੀ ਅਧਿਕਾਰੀਆਂ ਵੱਲੋਂ ਕਿਹੋ ਜਿਹਾ ਜਿਹੜਾ ਰਿਸਪੌਂਸ ਮਿਲਦਾ? ਜ਼ਿਆਦਾਤਰ ਕਿਹਾ ਜਾਂਦਾ ਵੀ ਅਧਿਕਾਰੀ ਆ ਜਿਹੜੇ ਉਹੀ ਜ਼ਿਆਦਾ ਕਮਿਸ਼ਨ ਵਿੱਚੋਂ ਖਾ ਜਾਂਦੇ ਆ, ਤਾਂ ਤੁਹਾਨੂੰ ਕਿਹੋ ਜਿਹਾ ਰਿਸਪੌਂਸ ਮਿਲਿਆ ਇਹਦੇ ਵਿੱਚੋਂ? ਇਸ ਕਲਚਰ ਤੋਂ ਅਸੀਂ ਮੁੱਕਰ ਤਾਂ ਨਹੀਂ ਸਕਦੇ, ਪਰ ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ। ਮੇਰੇ ਕੋਲ ਜਿਹੜੀ ਬਲਾਕ ਸੰਮਤੀ ਦੀ ਸਾਡੀ ਜਿਹੜੀ ਮੁਲਾਜ਼ਮ ਨੇ, ਜਿਹੜੇ ਇੰਪਲਾਈਜ਼ ਨੇ, ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਮੇਰੇ ਨਾਲ। ਕਿਉਂਕਿ ਹੁੰਦਾ ਕੀ ਹੈ, ਅਸਲ ਸੱਚ ਹੈ, ਮੈਂ ਤੁਹਾਨੂੰ ਬਿਆਨ ਕਰਦਾ ਕਿ ਜਿੱਥੇ ਸਰਪੰਚ ਖਾਂਦਾ ਉੱਥੇ ਮੁਲਾਜ਼ਮ ਦਾ ਵੀ ਦਿਲ ਕਰਦਾ ਵੀ ਇਹ ਨਹੀਂ ਵਿਕਾਸ ਕਰਦਾ ਤੇ ਅਸੀਂ ਕਿਉਂ ਕਰੀਏ। ਪਰ ਜਿੱਥੇ ਪਹਿਲੀ ਤਾਂ ਫਰਜ਼ ਬਣਦਾ ਮੇਰਾ, ਜੇ ਮੈਂ ਹੀ ਖਾਊਂਗਾ ਤਾਂ ਫਿਰ ਮੁਲਾਜ਼ਮ ਕਿਉਂ ਨਹੀਂ ਖਾਊਗਾ। ਸੋ ਇਸ ਲਈ ਸਾਡੇ ਪਿੰਡ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ, ਔਰ ਕਦੀ ਵੀ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਡਿਮਾਂਡ ਨਹੀਂ ਰੱਖੀ ਗਈ ਵੱਧ ਚੜ੍ਹ ਕੇ, ਕਿਉਂਕਿ ਉਹ ਕਹਿੰਦੇ ਵੀ ਸਾਡਾ ਵੀ ਇਹਦੇ ਨਾਲ ਸਿਰ ਉੱਚਾ ਹੁੰਦਾ ਵੀ ਇਹ ਪਿੰਡ ਦੇ ਅਸੀਂ ਮਤਲਬ ਮੁਲਾਜ਼ਮ ਆ ਔਰ ਸਾਡੇ ਦੇਖ ਰੇਖ ਦੇ ਵਿੱਚ ਇਹ ਕੰਮ ਹੁੰਦਾ। ਸੋ ਹਰ ਪੱਖੋਂ ਮਤਲਬ ਜੇਈ ਸਾਹਿਬ ਹੋ ਗਏ, ਸੈਕਟਰੀ ਸਾਹਿਬ ਹੋ ਗਏ, BDPO ਜਿੰਨੇ ਵੀ ਆਏ ਆ, ਔਰ ਸਭ ਤੋਂ ਵੱਡੀ ਗੱਲ ਮੈਡਮ ਬੀਬੀ ਪੱਠਲ ਜੀ ਨੇ, ਉਹਨਾਂ ਦਾ ਬੜਾ ਤਗੜਾ ਸਹਿਯੋਗ ਰਿਹਾ ਹੈ ਨਾ। ਉਹਨਾਂ ਦਾ ਥਾਪੜਾ ਸੀ, ਹੌਸਲਾ ਸੀਗਾ, ਕਿਉਂਕਿ ਉਹ ਪਿੱਛੋਂ 2017 'ਚ ਇਲੈਕਸ਼ਨ ਹਾਰ ਗਏ ਸੀਗੇ, ਪਰ ਉਹਨਾਂ ਦਾ ਕਹਿਣਾ ਸੀਗਾ ਕਿ ਕੋਈ ਨਹੀਂ, ਆਪਣਾ ਸਮਾਂ ਆਊਗਾ ਫਿਰ। ਤੋ ਇਹ ਬੜੀ ਵੱਡੀ ਸਾਰੀ ਗੱਲ ਹੋ ਜਾਂਦੀ ਇੱਕ ਚੰਗਾ ਕਦਮ ਪੁੱਟਣ ਵਾਸਤੇ। ਜਦੋਂ ਤੁਹਾਡੇ ਕੋਲ ਹੌਸਲਾ ਹੋਵੇ ਤਾਂ ਤੁਸੀਂ ਉਹਨੂੰ ਅੱਗੇ ਤੋਰ ਸਕਦੇ ਹੋ। ਅਸੀਂ ਸਰਪੰਚ ਲਵਜੀਤ ਬੱਬੀ ਨੂੰ ਕਹਾਂਗੇ ਵੀ ਆਪਣੇ ਪਿੰਡ ਦਾ ਜਿਹੜਾ ਹੈਗਾ, ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਦਰਸ਼ਕਾਂ ਨੂੰ ਜਿਹੜਾ ਇਹਦੇ ਪਿੰਡ ਦਾ ਵਿਕਾਸ ਕਰਵਾਇਆ, ਉਹ ਵਿਕਾਸ ਆ ਜਿਹੜਾ ਉਹ ਦਿਖਾਉਣ ਅਤੇ ਦੱਸਣ ਉੱਥੇ ਵੀ ਕਿਹੋ ਜਿਹੇ ਜਿਹੜੇ ਕੰਮ ਆ ਉਹ ਪੰਚਾਇਤ ਵੱਲੋਂ ਜਿਹੜੇ ਆ ਉਹ ਕੀਤੇ ਗਏ ਆ। ਅਸੀਂ ਜੀ ਬਣਨ ਤੋਂ ਪਹਿਲਾਂ ਮਤਲਬ ਸਭ ਤੋਂ ਪਹਿਲਾਂ ਜਿਹੜਾ ਅਸੀਂ ਜ਼ਰੂਰੀ ਸਮਝਿਆ, ਚਲੋ ਕਿਉਂਕਿ ਨਾਲੀਆਂ ਪਹਿਲਾਂ ਚੱਲਦੀਆਂ ਸੀਗੀਆਂ, ਅਸੀਂ ਉਹਨੂੰ ਅੰਡਰਗਰਾਊਂਡ ਪਾਈਪਲਾਈਨ ਦੇ ਵਿੱਚ ਲਿਆਂਦਾ। ਅਤੇ ਵੇਖਣ 'ਤੇ ਕੀ ਆਉਂਦਾ ਕਿ ਅਸੀਂ ਸੀਵਰੇਜ ਦਾ ਵੱਡਾ ਪ੍ਰੋਜੈਕਟ ਛੇੜ ਲੈਂਦੇ ਹਾਂ, ਉਹਦੇ ਲਈ ਸਾਡੇ ਕੋਲ ਇੰਨੇ ਪੈਸੇ ਅਵੇਲੇਬਲ ਨਹੀਂ ਸੀਗੇ ਹੈਗੇ। ਸੋ ਅਸੀਂ ਉਹਨੂੰ ਬੜੇ ਸਹੀ ਢੰਗ ਦੇ ਨਾਲ ਵੀ ਉਹ ਸਾਰੀ ਉਮਰ ਬਲੋਕ ਵੀ ਨਾ ਹੋਵੇ, ਅਤੇ ਅਸੀਂ ਉਹਨੂੰ ਪੂਰਾ ਕੀਤਾ। ਉਸ ਤੋਂ ਬਾਅਦ ਅਸੀਂ ਕੈਮਰੇ ਜਿਹੜੇ 27-28 ਕੈਮਰੇ ਉਹ ਪਿੰਡ ਦੇ ਵਿੱਚ ਵਰਕ ਕਰਦੇ ਆ, ਕਿਉਂਕਿ ਹਾਲਾਤਾਂ ਦੇ ਮੱਦੇਨਜ਼ਰ ਇਹ ਵੀ ਇੱਕ ਬੜਾ ਜ਼ਰੂਰੀ ਅੰਗ ਹੈ ਸਾਡੇ ਜ਼ਿੰਦਗੀ ਦਾ, ਕਿਉਂਕਿ ਚੋਰੀਆਂ ਕੋਈ ਇਸ ਤਰ੍ਹਾਂ ਦੇ ਮਾਹੌਲ ਪਿੱਛੇ ਜੀ ਰਹੇ ਆ, ਅਤੇ ਉਹ ਅਸੀਂ ਕੀਤੇ ਆ। ਮੋੜਾਂ ਦੇ ਉੱਤੇ ਮਿਰਰਸ ਵਗੈਰਾ ਲਗਾਏ ਗਏ ਆ, ਕਿਉਂਕਿ ਰੋਡ ਸੇਫਟੀ ਦੇ ਮੱਦੇਨਜ਼ਰ। ਔਰ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜੇ ਪਾਣੀ ਦੀ ਪੀਣ ਦੀ ਸਮੱਸਿਆ ਸੀਗੀ, ਉਹਦੇ ਟਿਊਬਵੈੱਲਸ ਅਸੀਂ ਲਾਏ ਆ, ਉਹ ਵੀ ਅਸੀਂ ਕਾਫੀ ਮਾਤਰਾ ਦੇ ਵਿੱਚ ਲਾਏ ਆ। ਅਤੇ ਇਸ ਤੋਂ ਬਗੈਰ ਕਮਿਊਨਿਟੀ ਹਾਲ ਦਾ ਕੰਮ ਸੀ, ਜਿਹੜਾ ਕਿ ਜਦੋਂ ਬਿਲਡਿੰਗ ਅੱਜ ਤੋਂ 15-20 ਸਾਲ ਪਹਿਲਾਂ ਬਣੀ ਸੀ ਅਤੇ ਉਵੇਂ ਹੀ ਪਈ ਸੀਗੀ। ਸੋ ਅੱਜ ਤੁਸੀਂ ਉਸ ਬਿਲਡਿੰਗ ਨੂੰ ਪਛਾਣ ਨਹੀਂ ਸਕੋਗੇ, ਕਿਉਂਕਿ ਉਹਦੀ ਰਿਪੇਅਰ ਇਸ ਢੰਗ ਨਾਲ, ਇੰਨੀ ਸੋਹਣੇ ਸੁਚੱਜੇ ਢੰਗ ਨਾਲ ਕੀਤੀ ਗਈ ਹੈ। ਅਤੇ ਇਸ ਤੋਂ ਬਾਅਦ ਫਿਰ ਸ਼ਮਸ਼ਾਨ ਘਾਟ ਦਾ ਜਿਹੜਾ ਕੰਮ ਸੀਗਾ, ਉਹ ਮਤਲਬ ਬਹੁਤ ਹੀ ਇੱਕ ਉਹ ਜਗ੍ਹਾ ਹੁੰਦੀ ਹੈ ਜਿੱਥੇ ਬਹੁਤ ਦੂਰੋਂ ਲੋਕ ਆਉਂਦੇ ਜਦੋਂ ਕੋਈ ਭਾਣਾ ਵਾਪਰਦਾ, ਅਤੇ ਉੱਥੇ ਬੈਠਣ ਲਈ ਕੋਈ ਜਗ੍ਹਾ ਨਹੀਂ ਸੀ। ਅੱਜ ਤੁਸੀਂ ਜਾਓਗੇ ਅਤੇ ਤੁਸੀਂ ਕਹੋਗੇ ਸ਼ਮਸ਼ਾਨ ਘਾਟ ਨਹੀਂ ਹੈਗਾ। ਚਾਹੇ ਕਿ ਅਸੀਂ ਔਰ ਤੀਜੀ ਮੇਨ ਜਿਹੜੀ ਗੱਲ ਹੈ, ਉਹ ਸਕੂਲ ਸੀਗਾ। ਸਕੂਲ ਬਹੁਤ ਨੀਵਾਂ ਸੀਗਾ, ਉਹਦੇ ਵਿੱਚ ਭਰਤ ਪਵਾ ਕੇ ਅਸੀਂ ਆਪਣੇ ਕੋਲੋਂ, ਮੈਂ ਭਰਤ ਪਵਾ ਕੇ ਜਿੰਨਾ ਵੀ ਪਿਆ ਹੱਥ, ਉਸ ਤੋਂ ਬਾਅਦ ਉਹਦੀ ਲਾਈਟਾਂ ਵਗੈਰਾ ਜੋ ਵੀ ਉੱਥੇ ਫੈਸਿਲਿਟੀ ਅਸੀਂ ਦੇ ਸਕਦੇ ਸੀਗੇ, ਅਸੀਂ ਉਹਨੂੰ ਦਿੱਤੀ ਹੈ। ਅਤੇ ਸਭ ਤੋਂ ਜਿਹੜੀ ਮੇਨ ਗੱਲ ਆ ਉਹ ਹੈਗੀ ਹੈ ਪਲਾਂਟੇਸ਼ਨ ਦੀ। ਤੁਸੀਂ ਜਿੰਨਾ ਵੀ ਕਿਸੇ ਨੂੰ ਘਰ ਨੂੰ ਸੁੰਦਰ ਬਣਾ ਲਵੋ, ਪਰ ਜਦੋਂ ਤੱਕ ਉਹਦੇ ਵਿੱਚ ਰੁੱਖ ਨਹੀਂ ਗਾ ਅਤੇ ਸ਼ਾਇਦ ਉਹ ਅਧੂਰੀ ਰਹਿ ਜਾਂਦੀ ਹੈ। ਸੋ ਸਾਡਾ ਬਹੁਤ ਵੱਡਾ ਸਾਰਾ ਜਿਹੜਾ ਟਾਰਗੇਟ ਹੈ ਉਹ ਕਿ ਜਲਦੀ ਤੋਂ ਜਲਦੀ ਹੈ ਜਿਹੜਾ ਉਹ ਪਿੰਡ ਹੈ ਕਰ ਦਈਏ। ਮੇਰੀ ਜੇ ਪਿੰਡ ਮੰਨ ਲਵੇ ਤਾਂ ਸਾਡੇ ਪਿੰਡ ਦਾ 1300 ਏਕੜ ਜ਼ਮੀਨ ਹੈ। ਸੋ ਮੈਂ ਤਾਂ ਹਰ ਵਾਰੀ ਇਹਨਾਂ ਨੂੰ ਬੇਨਤੀ ਇਹ ਕਰਦਾ ਕਿ ਤੁਸੀਂ ਜੇ 1 ਏਕੜ 'ਚ 1 ਰੁੱਖ ਵੀ ਲਾ ਦੇਵੋ ਤਾਂ ਸ਼ਾਇਦ ਉਹ ਆਪਣੇ ਲਈ ਕਾਫੀ ਹੋਊਗਾ, ਪਿੰਡ ਵਾਸਤੇ ਕਾਫੀ ਹੋ ਜਾਊਗਾ। ਜੇ ਤੁਸੀਂ 2 ਨਹੀਂ ਲਾ ਸਕਦੇ ਤਾਂ 1 ਤਾਂ ਲਾਉਣਾ ਚਾਹੀਦਾ। ਤਾਂ ਪੰਜਾਬ ਸਰਕਾਰ ਨੂੰ ਵੀ ਇਹ ਹਦਾਇਤ ਕਰਨੀ ਚਾਹੀਦੀ ਹੈ, ਜੇ ਉਹ ਲੋਕਾਂ ਨੂੰ ਅਸਲਾ ਬਣਾ ਲਈਏ, ਕਹਿ ਸਕਦੀ ਕਿ 5 ਰੁੱਖ ਲਾਓ,
ਤਾਂ ਉਹ ਇੱਕ ਕੰਪਲਸਰੀ ਕਰਨਾ ਚਾਹੀਦਾ ਕਿ ਪਰ ਏਕੜ ਆਪਣੇ ਉੱਥੇ ਰੁੱਖ ਹੈ ਜਿਹੜਾ ਹੋਣਾ ਚਾਹੀਦਾ ਹੈ। ਔਰ ਜਦੋਂ ਤੱਕ ਉਹ 2 ਸਾਲ ਦਾ ਨਹੀਂ ਹੋ ਜਾਂਦਾ ਉਦੋਂ ਤੱਕ ਤੁਹਾਡਾ ਜਿਹੜਾ ਕੰਮ ਹੈ, ਜਿਹੜੇ ਬੇਬੁਨਿਆਦੀ ਕੰਮ ਨੇ, ਜਿਹੜੇ ਲੜਾਈਆਂ ਝਗੜੇ ਵਧਾਉਂਦੇ ਆ, ਅਸਲਾ ਲਊਗਾ ਤਾਂ ਉਹਨੇ ਕਿਹੜਾ ਉਹਦੇ 'ਚੋਂ ਕੋਈ ਮਤਲਬ ਖੀਰ ਕੱਢਣੀ ਹੈ, ਜੇ ਉਹ ਚੱਲੂਗਾ ਤਾਂ ਕਿਸੇ ਦੀ ਮਤਲਬ ਮੁਸੀਬਤ ਹੀ ਬਣੂਗਾ। ਸੋ ਉਹਨੂੰ ਲਟਕਾਇਆ ਵੀ ਜਾ ਸਕਦਾ ਹੈ ਜੇਕਰ ਉਹ ਜ਼ਰੂਰੀ ਨਹੀਂ ਹੈਗਾ। ਚਲੋ ਕਈ ਥਾਵਾਂ 'ਤੇ ਉਹ ਜ਼ਰੂਰੀ ਵੀ ਹੋ ਜਾਂਦਾ ਸਮਾਜਿਕ ਸੁਰੱਖਿਆ ਦੇ ਲਈ, ਪਰ ਜਿੱਥੇ ਕਿਤੇ ਲੱਗਦਾ ਤਾਂ ਉਹ ਇੱਕ ਕਾਨੂੰਨ ਸਰਕਾਰ ਨੂੰ ਬਣਾਉਣਾ ਚਾਹੀਦਾ ਵੀ ਸਾਡੇ ਅਸੀਂ ਜਿਹੜੇ ਰੁੱਖ ਨੇ, ਜਿਹੜਾ ਪਿੱਛੇ ਕਰੋਨਾ ਦਾ ਟਾਈਮ ਗੁਜ਼ਰਿਆ, ਉਹਦਾ ਦੁਬਾਰਾ ਸਾਹਮਣਾ ਨਾ ਕਰਨਾ ਪਵੇ। ਤੁਸੀਂ ਪਿੰਡ ਦੇ ਵਿੱਚ ਵਿਚਰਦੇ ਹੋ, ਅੱਜ ਅਸੀਂ ਇੱਥੇ ਵੀ ਦੇਖ ਰਹੇ ਹਾਂ ਵੀ ਤੁਹਾਡੇ ਜਿਹੜੇ ਆ ਮੂੰਹ ਦੇ ਉੱਪਰ ਮੁਸਕਾਨ ਆ, ਇਹ ਮੁਸਕਾਨ ਜਿਹੜੀ ਆ ਇਹ ਪਿੰਡ ਦੇ ਵਿਕਾਸ ਨੂੰ ਲੈ ਕੇ ਹੈ ਕਿ ਜਾਂ ਫਿਰ ਕਈ ਵਾਰ ਇਹ ਦੇਖ ਲੈਂਦੇ ਆ ਵੀ ਜਦੋਂ ਕਾਰਜਕਾਲ ਸਰਪੰਚ ਦਾ ਪੂਰਾ ਹੋਣ ਲੱਗਦਾ ਤਾਂ ਉਹਨੂੰ ਫਿਕਰ ਹੋ ਜਾਂਦਾ ਵੀ ਕਾਰਜਕਾਲ ਤੋਂ ਬਾਅਦ ਦੇ ਵਿੱਚ ਮੈਨੂੰ ਕੋਰਟ ਕਚਹਿਰੀਆਂ ਦੇ ਜਿਹੜੇ ਆ ਚੱਕਰ ਕੱਟਣੇ ਪੈਣਗੇ। ਤੁਸੀਂ ਕਿਸ ਤਰ੍ਹਾਂ ਮੰਨਦੇ ਹੋ? ਨਹੀਂ ਜੀ, ਇਹ ਤਾਂ ਵੇਖੋ ਮਾਲਕ ਤੁਹਾਨੂੰ ਸੇਵਾ ਦਿੰਦਾ ਹੈ, ਕਰਨੀ ਤਾਂ ਬੰਦੇ ਹੁੰਦੀ ਹੈ। ਸੋ ਮੈਂ ਆਪਣਾ ਔਰ ਮੇਰੇ ਸਾਰੇ ਪਰਿਵਾਰ ਦਾ ਇਹ ਅਸੀਂ ਲੈ ਕੇ ਚੱਲੇ ਸੀਗੇ ਕਿ ਜਦੋਂ ਤੱਕ ਇਹ ਮਾਲਕ ਨੇ ਸੇਵਾ ਦਿੱਤੀ ਹੈ ਇਹਨੂੰ ਇਮਾਨਦਾਰੀ ਦੇ ਨਾਲ ਕਰਾਂਗੇ, ਔਰ ਇਮਾਨਦਾਰੀ ਨਾਲ ਹੋ ਰਹੀ ਹੈ ਕਿਉਂਕਿ ਮੈਂ ਹਰ ਸਾਲ ਗ੍ਰਾਮ ਸਭਾ ਵੀ ਕੀਤੀ ਹੈ। ਕਿਉਂਕਿ ਮੈਂ ਜਿੰਨਾ ਵੀ ਹੈ, ਮੇਰੇ ਜਿਹੜੀਆਂ ਬੈਂਕ ਦੀਆਂ ਅਕਾਊਂਟ ਸਟੇਟਮੈਂਟਾਂ ਨੇ ਪੰਚਾਇਤ ਦੀਆਂ 2019 ਤੋਂ ਬਾਅਦ, ਕਿਉਂਕਿ 2018 ਦਸੰਬਰ 30 ਦਸੰਬਰ ਦੀ ਚੋਣ ਸੀਗੀ, ਉਸ ਤੋਂ ਬਾਅਦ ਤੁਸੀਂ ਗੁਰਦੁਆਰੇ ਉਹਨੂੰ ਵੇਖ ਸਕਦੇ ਹੋ ਲੱਗੀਆਂ ਹੋਈਆਂ ਨੇ। ਕਿਉਂਕਿ ਪੈਸਾ ਪਿੰਡ ਦਾ ਔਰ ਪਿੰਡ ਦੇ ਵਸਿੰਦਿਆਂ ਨੂੰ, ਪਿੰਡ ਦੇ ਨਾਗਰਿਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਕੋਲ ਕੀ ਹੈ। ਕਿਉਂਕਿ ਪਤਾ ਨਹੀਂ ਪੰਚਾਇਤ ਕੋਲ ਕਿੰਨਾ ਕੁ ਪੈਸਾ, ਪਰ ਮੈਂ ਉਹਨਾਂ ਨੂੰ ਕਹਿਣਾ ਕਿ ਇੰਨਾ ਪੈਸਾ ਆ ਆਪਣੇ ਪਲਾਨ ਨੇ, ਜੇ ਤੁਹਾਨੂੰ ਇਹਦੇ 'ਚੋਂ ਲੱਗਦਾ ਕਿ ਕੋਈ ਚੀਜ਼ ਪਹਿਲਾਂ ਕਰਨ ਵਾਲੀ ਹੈ ਤਾਂ ਆਪਾਂ ਉਹਨੂੰ ਪਹਿਲਾਂ ਕਰ ਸਕਦੇ ਹਾਂ। ਪਰ ਮੈਂ ਇੰਨਾ ਭਾਗਾ ਵਾਲਾ ਕਿ ਮੈਨੂੰ ਕਿਸੇ ਨੇ ਕਦੀ ਕੁਝ ਕਿਹਾ ਨਹੀਂ ਗਾ, ਕਿਉਂਕਿ ਕੰਮ ਇੰਨੇ ਸੁਚੱਜੇ ਢੰਗ ਨਾਲ ਚੱਲ ਰਿਹਾ, ਬਿਨਾਂ ਕਿਸੇ ਵਿਤਕਰੇ ਤੋਂ ਚੱਲ ਰਿਹਾ। ਪਹਿਲਾਂ ਸਾਡਾ ਮਕਸਦ ਹੈ ਕਿ ਅਸੀਂ ਪਿੰਡ ਪੂਰਾ ਕਰਕੇ ਬਾਹਰ ਡੇਰਿਆਂ ਦੇ ਉੱਤੇ ਵੀ ਉਹੀ ਫੈਸਿਲਿਟੀ ਦਈਏ ਜਿਹੜੀ ਅਸੀਂ ਪਿੰਡ 'ਚ ਦਿੱਤੀ ਬੈਠੇ। ਸੋ ਇੱਦੋਂ ਅੱਗੇ ਜੋ ਮੈਂ ਮਤਲਬ ਸੋਚਦਾ ਕਿ ਜੇਕਰ ਟਾਈਮ ਬਚਿਆ ਇਹਦੇ ਵਿੱਚੋਂ ਪਿੰਡ ਨੂੰ ਪੂਰਾ ਕਰਨ ਤੋਂ ਬਾਅਦ, ਮਤਲਬ ਕੰਪਲੀਟ ਕਰਨ ਤੋਂ ਬਾਅਦ, ਤਾਂ ਇੱਕ ਐਜੂਕੇਸ਼ਨ ਦੇ ਰਿਲੇਟਡ, ਇੱਕ ਇਨਵਾਇਰਨਮੈਂਟ ਦੇ ਰਿਲੇਟਡ ਔਰ ਇੱਕ ਮੈਡੀਕਲੀ ਔਰ ਇੱਕ ਜਿਹੜਾ ਗੇਮ ਸਪੋਰਟਸ ਹੁੰਦੀ ਆ, ਇਹਨਾਂ ਚਾਰਾਂ ਮੁੱਦਿਆਂ ਦੇ ਉੱਤੇ ਬਹੁਤ ਵਧੀਆ ਢੰਗ ਨਾਲ ਮੈਂ ਕੰਮ ਕਰਾਂਗਾ ਜੋ ਮੇਰੇ ਮਾਈਂਡ ਦੇ ਵਿੱਚ ਚੱਲ ਰਿਹਾ। ਸੋ ਸਮਾਂ ਆਏਗਾ ਜੇ ਪ੍ਰਮਾਤਮਾ ਨੇ ਦਿੱਤਾ ਤਾਂ ਉਹ ਦੇਵਾਂਗੇ ਕਿ ਲੋਕਾਂ ਨੂੰ ਲੱਗੇ ਕਿ ਹਾਂ ਇਹ ਹੁੰਦਾ, ਇਹੀ ਸਾਨੂੰ ਚੀਜ਼ਾਂ ਬਾਹਰ ਮਿਲਦੀਆਂ, ਇਹੀ ਚੀਜ਼ਾਂ ਸਾਨੂੰ ਘਰੇ ਮਿਲਦੀਆਂ, ਕਿਉਂਕਿ ਉਹਨਾਂ ਦਾ ਹੱਕ ਬਣਦਾ। ਪਰ ਪਤਾ ਨਹੀਂ ਕੀ ਸਰਕਾਰਾਂ ਚਾਹੁੰਦੀਆਂ ਤੇ ਕਿੱਡੇ ਕਿੱਡੇ ਮਤਲਬ ਖਜ਼ਾਨੇ ਨੇ ਜਿਹੜੇ ਇਹਨਾਂ ਤੋਂ ਭਰੇ ਨਹੀਂ ਜਾ ਰਹੇ ਆਪਣੇ ਹੀ। ਸੋ ਕਿੱਥੇ ਲੈ ਕੇ ਜਾਣਗੇ? ਸੋ ਇਸ ਚੀਜ਼ ਨੂੰ ਛੱਡ ਦੇਣਾ ਚਾਹੀਦਾ, ਕੋਈ ਬਣਦੀ ਨਹੀਂ ਗੱਲ ਇਸ ਤਰ੍ਹਾਂ। ਅਸੀਂ ਸਰਪੰਚ ਸਾਹਿਬ ਨੂੰ ਕਹਾਂਗੇ ਵੀ ਸਾਨੂੰ ਜਿਹੜਾ ਪਿੰਡ ਦੇ ਵਿਕਾਸ ਸੰਬੰਧੀ ਪਿੰਡ ਦੇ ਵਿੱਚ ਚੱਕਰ ਲਵਾ ਕੇ ਦਿਖਾਉਣ ਸਾਡੇ ਸਰੋਤਿਆਂ ਨੂੰ। ਅਸੀਂ ਹੁਣ ਪਹੁੰਚੇ ਹਾਂ ਪਿੰਡ ਹੋਤੀਪੁਰ ਦੇ ਵਿੱਚ, ਤੇ ਜਿੱਥੇ ਸਰਪੰਚ ਲਵਜੀਤ ਸਿੰਘ ਬੱਬੀ ਜਿਹੜੇ ਆ ਉਹ ਸਾਨੂੰ ਪਿੰਡ ਦੇ ਜਿਹੜੇ ਵਿਕਾਸ ਕਾਰਜ ਇਹਨਾਂ ਵੱਲੋਂ ਕਰਵਾਏ ਗਏ ਆ ਉਹਦੇ ਸੰਬੰਧ ਦੇ ਵਿੱਚ ਸਾਨੂੰ ਜਿਹੜੀ ਆ ਜਾਣਕਾਰੀ ਦੇ ਰਹੇ ਆ ਵੀ ਕਿਸ ਤਰ੍ਹਾਂ ਜਿਹੜਾ ਗਲੀਆਂ ਨਾਲੀਆਂ ਦਾ ਜਿਹੜਾ ਕੰਮ ਹੈ ਉਹ ਮੁਕੰਮਲ ਤੌਰ 'ਤੇ ਪੰਚਾਇਤ ਵੱਲੋਂ ਜਿਹੜਾ ਉਹ ਕੀਤਾ ਗਿਆ, ਤੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਵੀ ਕਿਸ ਤਰ੍ਹਾਂ ਜਿਹੜਾ ਇਹ ਪੰਚਾਇਤ ਦੇ ਕੰਮ ਆ ਜਿਹੜੇ ਕੀਤੇ ਗਏ ਇਹਨਾਂ ਵੱਲੋਂ ਕੋਈ ਕਿੱਦਾਂ ਦੀ ਅੜਿੱਕੇ ਤਾਂ ਨਹੀਂ ਆਏ ਕਿਸੇ ਤਰ੍ਹਾਂ ਦੇ? ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ, ਪਰ ਲੋਕਾਂ ਨੇ ਸਗੋਂ ਪੰਚਾਇਤ ਨਾਲੋਂ ਵੀ ਵੱਧ ਕੇ ਇਹਨੂੰ ਆਪਣਾ ਕੰਮ ਸਮਝਿਆ। ਸੋ ਲੋਕਾਂ ਦਾ ਬਹੁਤ ਸਹਿਯੋਗ ਰਿਹਾ ਹੈ, ਜਿਸ ਤਰ੍ਹਾਂ ਵੀ ਉਹਨਾਂ ਨੂੰ ਦੱਸਿਆ ਗਿਆ ਵੀ ਇਸ ਚੀਜ਼ ਦਾ ਫਾਇਦਾ ਹੈ, ਇਹਦਾ ਨੁਕਸਾਨ ਹੈ, ਸੋ ਉਸ ਦੇ ਨਾਲ ਉਹ ਐਗਰੀ ਹੋ ਕੇ ਚੱਲੇ ਆ। ਤਾਂ ਹੀ ਕੋਈ ਕੰਮ ਸਿਰੇ ਚੜ੍ਹਦਾ ਜਦੋਂ ਉਹ ਸਾਰੇ ਚਾਹੁਣ ਤਾਂ ਹੀ ਚੜ੍ਹਦਾ। ਜੇ ਕੋਈ ਵੀ ਮੇਰੇ ਵਰਗਾ ਮਤਲਬ ਉਹਦੇ 'ਚ ਡਿੱਕਾ ਪਾਉਣ ਵਾਲਾ ਹੋ ਜੇ ਤਾਂ ਉਹ ਕੰਮ 'ਚ ਰੁਕਾਵਟ ਪੈ ਜਾਂਦੀ ਹੈ। ਔਰ ਜਿਵੇਂ ਦਾ ਸਾਡਾ ਸਿਸਟਮ ਹੈ ਉਹਦੇ 'ਚ ਤਾਂ ਰੁਕਾਵਟ ਪਾਉਣ ਵਾਲਾ ਚਾਹੀਦਾ, ਪੈ ਤਾਂ ਮਿੰਟ 'ਚ ਜਾਂਦੀ ਹੈ ਨਾ। ਪਰ ਮੈਂ ਮਤਲਬ ਕਿਸਮਤ ਵਾਲਾ ਕਿ ਲੋਕਾਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨਾਲੀਆਂ ਦੇ ਨੀਚੇ ਅੰਡਰਲਾਈਨ ਪਾਈਪ ਸਿਸਟਮ ਚੱਲਦਾ, ਅਤੇ ਇਹ ਘਰ ਜਿਹੜੇ ਅਲੱਗ ਨੇ ਉਹ ਦੂਸਰੇ ਪਾਸੇ ਵਾਲੇ ਅਲੱਗ ਨੇ, ਉਹਨਾਂ ਦਾ ਆਪਣਾ ਚੱਲਦਾ। ਹਰ ਘਰ ਦੇ ਅੱਗੇ ਜਿੱਥੇ ਉਹਦਾ ਪਾਣੀ ਡਿੱਗਦਾ ਉੱਥੇ ਹੌਦ ਬਣਾਇਆ ਗਿਆ। ਸੋ ਉਹਨੂੰ ਹੌਦ ਨੂੰ ਜਿਹੜਾ ਕਲੀਨਰ ਹੈ, ਸਟਰੀਟ ਕਲੀਨਰ, ਉਹਨੂੰ ਸਾਫ਼ ਕਰ ਲੈਂਦਾ ਹਫ਼ਤੇ ਦੇ ਵਿੱਚ। ਸੋ ਇਹਦੇ 'ਚ ਕੋਈ ਦਿੱਕਤ ਨਹੀਂ ਆਈ, ਬਹੁਤ ਵਧੀਆ ਕੰਮ ਹੋਇਆ। ਮੈਂ ਮੇਰੇ ਕੈਮਰਾਮੈਨ ਨੂੰ ਕਹਾਂਗਾ ਵੀ ਨਾਲ ਦੀ ਨਾਲ ਉਹ ਜਿਹੜਾ ਹੈਗਾ ਇਹ ਸਰਪੰਚ ਵੱਲੋਂ ਜਿਸ ਤਰ੍ਹਾਂ ਇਸ਼ਾਰਾ ਕਰਕੇ ਉਹ ਦਿਖਾਇਆ ਜਾਂਦਾ ਜਿਹੜੇ ਵਿਕਾਸ ਕੰਮ ਕਰਵਾਏ ਗਏ ਆ, ਇਹ ਉਹ ਵੀ ਉਹ ਜਿਹੜਾ ਹੈਗਾ ਸਾਡੇ ਦਰਸ਼ਕਾਂ ਨੂੰ ਜਿਹੜਾ ਉਹਦੇ ਦਿਖਾਉਣ, ਉਹ ਤਸਵੀਰਾਂ ਦਿਖਾਉਣ ਨਿਊਜ਼ ਚੈਨਲ ਦੇ ਜ਼ਰੀਏ, ਸਾਡੇ ਨਿਊਜ਼ ਟਾਈਮ ਪੰਜਾਬ ਦੇ ਜ਼ਰੀਏ ਜਿਹੜੀਆਂ ਹੈਗੀਆਂ ਉਹ ਤਸਵੀਰਾਂ ਜਿਹੜੀਆਂ ਉਹ ਦਿਖਾਉਣ। ਉਹ ਇਹ ਬਹੁਤ ਘੱਟ ਪੈਸੇ ਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕਿਉਂਕਿ ਇਹਨਾਂ ਕੰਮਾਂ ਲਈ ਬਹੁਤ ਵੱਡੇ ਵੱਡੇ ਮਤਲਬ ਬਜਟ ਰੱਖ ਲਏ ਜਾਂਦੇ ਹਨ, ਜਦੋਂ ਕਿ ਇਹ ਕੰਮ ਜੇ ਆਪਾਂ ਕਰਨਾ ਚਾਹੀਏ ਤਾਂ ਬਹੁਤ ਘੱਟ ਪੈਸੇ ਦੇ ਨਾਲ ਵੀ ਹੋ ਸਕਦਾ। ਸੋ ਪੈਸਾ ਪਿੰਡ ਦਾ ਹੁੰਦਾ, ਪਿੰਡ ਦੇ ਲੋਕਾਂ ਦੇ ਕੰਮ ਆਉਣਾ ਚਾਹੀਦਾ। ਇੱਕ ਇੱਕ ਰੁਪਈਆ ਮੈਂ ਤਾਂ ਕਹਿੰਦਾ ਕਿ ਨਗਰ ਦੇ
ਭਲੇ ਲਈ ਲੱਗਣਾ ਚਾਹੀਦਾ, ਨਾ ਕਿ ਉਹਨੂੰ ਐਵੇਂ ਹੀ ਫਾਲਤੂ ਜਾਇਆ ਕਰਨਾ ਚਾਹੀਦਾ। ਸੋ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਇਸ ਚੀਜ਼ ਦੀ ਸਾਂਭ ਸੰਭਾਲ ਕਰਨ, ਕਿਉਂਕਿ ਇਹ ਇਹਨਾਂ ਦੀ ਆਪਣੀ ਸੰਪત્ਤੀ ਹੈ, ਪਿੰਡ ਦੀ ਸੰਪत्ति ਹੈ, ਉਹਨਾਂ ਦੀ ਆਪਣੀ। ਸਰਪੰਚ ਸਾਹਿਬ, ਜਦੋਂ ਪਿੰਡ ਦੇ ਵਿੱਚ ਇਹ ਗਲੀਆਂ ਪੱਕੀਆਂ ਕੀਤੀਆਂ ਜਾਂਦੀਆਂ ਸੀ ਤੇ ਨਾਲ ਨਾਲੀਆਂ ਦਾ ਕੰਮ ਵੀ ਆ ਜਿਹੜਾ ਤੁਹਾਡੇ ਵੱਲੋਂ ਇਹ ਕਰਵਾਇਆ ਗਿਆ, ਉਸ ਸਮੇਂ ਕਿਹੜੀ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਇਹ ਕੀਤਾ ਵੀ ਜਿਹੜਾ ਪਿੰਡ ਦਾ ਪਾਣੀ ਆ ਜਿਹੜਾ ਉਹ ਪ੍ਰੋਪਰ ਆ ਜਿਹੜਾ ਬਾਹਰ ਨਿਕਲਦਾ ਜਾਵੇ? ਸੋ ਇਹਦੇ ਵਿੱਚ ਇਹ ਸੀਗਾ ਕਿ ਪਹਿਲਾਂ ਤਾਂ ਅਸੀਂ ਇਹ ਲਿਆ ਕਿ ਜਿਹੜਾ ਵੀ ਘਰ ਸਭ ਤੋਂ ਨੀਵਾਂ ਸੀਗਾ ਉਹਦਾ ਅਸੀਂ ਲੈਵਲ ਚੱਕਿਆ। ਸੋ ਫਿਰ ਅਸੀਂ ਹਰ ਬੰਦੇ ਨੂੰ, ਮਤਲਬ ਕਈ ਵਾਰੀ ਹੁੰਦਾ ਪਿੰਡਾਂ ਦੇ ਵਿੱਚ, ਨਹੀਂ ਜੀ ਮੈਂ ਤਾਂ ਉੱਚੀ ਬਣਾਉਣੀ ਹੈ ਗਲੀ, ਸੋ ਉੱਥੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਆਪਣੇ ਨਾਲ ਉਹਨਾਂ ਨੂੰ ਸਹਿਮਤ ਕੀਤਾ ਤੇ ਗਲੀ ਹੈ ਜਿਹੜੀ ਉਹ ਇੱਕ ਲੈਵਲ ਦੀ ਬਣੀ ਹੋਈ ਹੈ ਤੇ ਛੱਪੜ ਵੱਲ ਨੂੰ ਜਿੱਥੇ ਪਾਣੀ ਜਾ ਕੇ ਡਿੱਗਦਾ ਉਹਦੇ ਹਿਸਾਬ ਨਾਲ ਢਲਾਨ ਹੈ, ਕਿਉਂਕਿ ਕਈ ਵਾਰੀ ਅਸੀਂ ਕੋਈ ਚੀਜ਼ ਵਰਤੀ ਨਹੀਂ ਹੁੰਦੀ, ਸਾਨੂੰ ਉਹਦੇ ਬਾਰੇ ਪਤਾ ਨਹੀਂ ਹੁੰਦਾ। ਸੋ ਕਈ ਵਾਰੀ ਸ਼ੰਕੇ ਵੀ ਸੀਗੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਪਤਾ ਨਹੀਂ ਯਾਰ ਇਹ ਪਾਈਪਲਾਈਨ ਸਿਸਟਮ ਚੱਲੂਗਾ ਕਿ ਨਹੀਂ ਚੱਲੂਗਾ, ਪਰ ਉਹਨਾਂ ਨੂੰ ਦੱਸਿਆ ਗਿਆ ਵੀ ਇਹਦੀ ਜ਼ਿੰਮੇਵਾਰੀ ਸਾਡੀ ਹੈ, ਤੁਹਾਡਾ ਜੇ ਪਾਣੀ ਨਹੀਂ ਨਿਕਲਦਾ ਤਾਂ ਅਸੀਂ ਉਹਦੇ ਜ਼ਿੰਮੇਵਾਰ ਹਾਂ। ਸੋ ਇਸ ਕਰਕੇ ਉਹਨਾਂ ਦੀ ਸਹਿਮਤੀ ਜਿਹੜੀ ਉਹ ਸਾਨੂੰ ਮਿਲੀ ਹੈ, ਤਾਂ ਕਰਕੇ ਸਾਰੇ ਕਾਰਜ ਆ ਜਿਹੜੇ ਉਹ ਸਿਰੇ ਚੜ੍ਹੇ ਆ। ਸੋ ਹੁਣ ਸਾਨੂੰ ਕਈਆਂ ਗਲੀਆਂ ਦੇ ਵਿੱਚ ਸਾਲ ਡੇਢ ਸਾਲ ਹੋ ਚੁੱਕਿਆ ਪਾਈਪ ਪਾਈ ਨੂੰ, ਤਾਂ ਸਾਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਈ ਵੀ ਪਾਣੀ ਹੈ ਜਿਹੜਾ ਉਹ ਬਲੌਕ ਹੋਵੇ ਜਾਂ ਖੜੇ ਕਿਤੇ। ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਜ਼ਿਆਦਾਤਰ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦਾ, ਜਦੋਂ ਪੰਚਾਇਤ ਕੋਈ ਵੀ ਕੰਮ ਕਰਵਾਉਣਾ ਚਾਹੁੰਦੀ ਆ, ਪਹਿਲੀ ਤਾਂ ਗੱਲ ਆ ਉਹ ਪੰਚਾਇਤ ਖੁਦ ਰਾਜੀ ਨਹੀਂ ਹੁੰਦੀ ਵਿਕਾਸ ਕਰਕੇ ਪਿੰਡ ਦਾ। ਜੇ ਉਹ ਕਰਵਾਉਣਾ ਵੀ ਚਾਹੇ ਤਾਂ ਪਿੰਡ ਦੇ ਜਿਹੜੇ ਗਲੀਆਂ ਦੇ ਜਿਹੜੇ ਨਾਲ ਲੱਗਦੇ ਘਰ ਹੁੰਦੇ ਆ, ਉਹਨਾਂ ਵੱਲੋਂ ਕਾਟੋ ਕਲੇਸ਼ ਸ਼ੁਰੂ ਕੀਤਾ ਜਾਂਦਾ ਵੀ ਅਸੀਂ ਮੂਹਰੇ, ਅਸੀਂ ਉੱਚੀ ਨਹੀਂ ਕਰਨ ਦਿੰਦੇ, ਸਾਡੇ ਘਰ ਨੀਵੇਂ ਰਹਿ ਗਏ। ਤੁਹਾਨੂੰ ਇਸ ਤਰ੍ਹਾਂ ਦੀਆਂ ਕਿਹੜੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਨਹੀਂ ਜੀ, ਮੈਨੂੰ ਇਸ ਤਰ੍ਹਾਂ ਦੀ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਉਂਕਿ ਉਹਦੇ ਵਿੱਚ ਇੱਕ ਕਾਰਨ ਇਹ ਆ ਕਿ ਅਸੀਂ ਵਿਤਕਰਾ ਕਿਸੇ ਦੇ ਨਾਲ ਕੀਤਾ ਹੀ ਨਹੀਂਗਾ। ਉਹ ਕੰਮ ਉਦੋਂ ਸ਼ੁਰੂ ਹੁੰਦੇ ਆ ਜਦੋਂ ਸਰਪੰਚ ਜਾਂ ਪੰਚਾਇਤ ਆਪਣੇ ਚਾਹੁੰਦਿਆਂ ਨੂੰ ਮਤਲਬ ਉੱਤੇ ਰੱਖੇ ਤੇ ਦੂਜੇ ਨੂੰ ਮਤਲਬ ਨੀਵਾਂ ਦਿਖਾਉਂਦੇ ਆ, ਉਦੋਂ ਇਹ ਸਮੱਸਿਆਵਾਂ ਪੈਦਾ ਹੁੰਦੀਆਂ। ਪਰ ਅਸੀਂ ਸਾਰੇ ਨਗਰ ਦਾ ਮੈਂ ਧੰਨਵਾਦ ਵੀ ਕਰਦਾ, ਉਹਨਾਂ ਨੇ ਇਸ ਤਰ੍ਹਾਂ ਦੀ ਕਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ। ਕਿਤੇ ਕਿਤੇ ਇੱਕਾ ਦੁੱਕਾ ਆਉਂਦੀ ਵੀ ਹੈ, ਪਰ ਉਹਨੂੰ ਜਦੋਂ ਸਮਝਾਈਦਾ ਵੀ ਆਹ ਗੱਲ ਤੇਰੇ ਭਲੇ ਲਈ ਹੈ, ਇਹ ਤੇਰੇ ਫਾਇਦੇ ਲਈ, ਇਹ ਪਿੰਡ ਦੇ ਫਾਇਦੇ ਲਈ ਹੈ, ਤਾਂ ਚੰਗੀ ਗੱਲ ਨੂੰ ਕੋਈ ਵੀ ਮਨਾ ਨਹੀਂ ਕਰਦਾ। ਸੋਚ ਚੰਗੀ ਹੋਵੇ ਉਹਦੇ ਰਿਜ਼ਲਟ ਵੀ ਚੰਗੇ ਹੀ ਆਉਂਦੇ ਆ। ਪਹਿਲ ਸਾਨੂੰ ਕਰਨੀ ਪੈਂਦੀ ਹੈ। ਜੇ ਅਸੀਂ ਕਹਾਂਗੇ ਵੀ ਨਹੀਂ ਪਹਿਲਾਂ ਗਵਾਂਢੀ ਚੰਗਾ ਹੋਵੇ, ਸਾਨੂੰ ਚਾਹੀਦਾ ਕਿ ਅਸੀਂ ਚੰਗੇ ਆ ਤਾਂ ਫਿਰ ਗਵਾਂਢੀ ਚੰਗਾ ਹੋਊਗਾ ਹੀ। ਬਿਲਕੁਲ ਬਿਲਕੁਲ। ਸਾਡੇ ਨਾਲ ਪਿੰਡ ਦੇ ਕੁਝ ਵਸਨੀਕ ਜੁੜੇ ਹੋਏ ਆ, ਅਸੀਂ ਇਹਨਾਂ ਨਾਲ ਗੱਲ ਕਰਨੀ ਚਾਹਾਂਗੇ ਵੀ ਕਿ ਪੰਚਾਇਤ ਦੇ ਜਿਹੜੇ ਵਿਕਾਸ ਕਾਰਜ ਕੀਤੇ ਗਏ ਆ ਇੱਥੋਂ ਪੰਚਾਇਤ ਵੱਲੋਂ, ਤਾਂ ਉਹਨਾਂ ਤੋਂ ਉਹ ਕਿਸ ਤਰ੍ਹਾਂ ਸੰਤੁਸ਼ਟ ਨੇ, ਜਾਂ ਕੋਈ ਪੰਚਾਇਤ ਵੱਲੋਂ ਜਿਹੜੇ ਕੰਮ ਕੀਤੇ ਗਏ ਆ ਉਹ ਤਰੁੱਟੀਆਂ ਵੀ ਰਹਿੰਦੀਆਂ ਕੰਮਾਂ ਦੇ ਵਿੱਚ, ਜਾਂ ਕਿਸ ਤਰ੍ਹਾਂ ਉਹ ਕੀ ਸਮਝਦੇ ਆ ਇਹਨਾਂ ਨੂੰ? ਨਾ ਬਹੁਤ ਵਧੀਆ। ਬਲਿਹਾਰ ਸਿੰਘ ਹੈ ਮੇਰਾ ਨਾਮ। ਬਹੁਤ ਵਧੀਆ ਕੰਮ ਹੋਏ ਨੇ। ਕੋਈ ਪੰਚਾਇਤ ਨੇ ਕੰਮ ਕਰਵਾਏ ਆ, ਕੀ ਤੁਸੀਂ ਕਹਿਣਾ ਚਾਹੁੰਦੇ ਹੋ ਉਹਦੇ ਸੰਬੰਧ ਵਿੱਚ? ਬਹੁਤ ਵਧੀਆ ਕੰਮ ਹੋਏ ਨੇ, ਬੜਾ ਵਧੀਆ ਕੰਮ ਕਰ ਰਹੇ ਨੇ ਸਰਪੰਚ ਸਾਹਿਬ। ਇਹੋ ਜਿਹਾ ਕੰਮ ਨਾ ਪਹਿਲਾਂ ਕਦੀ ਕਿਸੇ ਕੀਤਾ ਤੇ ਨਾ ਕੋਈ ਕਰੇਗਾ ਜੀ। ਪਿੰਡਾਂ ਦੇ ਵਿੱਚ ਵਿਤਕਰੇ ਵੀ ਚੱਲਦੇ ਆ ਪੰਚਾਇਤਾਂ ਵੱਲੋਂ, ਜਾਂ ਲੋਕ ਕਈ ਨਹੀਂ ਚਾਹੁੰਦੇ ਵੀ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਵਿਕਾਸ ਕਰ ਸਕੇ। ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਇਹਨਾਂ ਨੂੰ ਸਹਿਯੋਗ ਦਿੱਤਾ ਗਿਆ ਵਿਕਾਸ ਦੇ ਕੰਮਾਂ ਦੇ ਵਿੱਚ? ਸਾਡੇ ਵੱਲੋਂ ਤਾਂ ਬਹੁਤ ਵਧੀਆ ਹੋਇਆ। ਪਹਿਲਾਂ ਵੀ ਸਾਡੇ ਪਿੰਡ 'ਚ ਇਹੋ ਜਿਹੀ ਗੱਲ ਕਦੀ ਨਾ ਹੋਈ ਹੈ ਤੇ ਨਾ ਹੋਵੇਗੀ। ਪਿੰਡ ਦੇ ਲੋਕਾਂ ਦਾ ਆਪਸੀ ਪਿਆਰ ਹੈ। ਜਿਹੜੇ ਪਿੰਡ ਦੇ ਸਾਰੇ ਵਸਨੀਕ ਹੋਰ ਵੀ ਆ, ਉਹ ਕਿਸ ਤਰ੍ਹਾਂ ਦਾ ਜਿਹੜਾ ਸਰਪੰਚ ਸਾਹਿਬ ਨੂੰ ਜਾਂ ਸਾਰੀ ਗ੍ਰਾਮ ਪੰਚਾਇਤ ਨੂੰ ਆ ਕਿਸ ਤਰ੍ਹਾਂ ਦਾ ਸਹਿਯੋਗ ਦਿੰਦੇ ਆ? ਸਭ ਇੱਕੋ ਜਿਹਾ ਹੀ ਦਿੰਦੇ ਨੇ, ਸਭ ਬਹੁਤ ਵਧੀਆ। ਸਾਡੇ ਇਹੋ ਜਿਹਾ ਕੰਮ ਨਹੀਂ, ਤੇਰ ਮੇਰ ਨਹੀਂ ਕਰਦਾ ਕੋਈ ਵੀ। ਸੰਤੁਸ਼ਟ ਹੋ ਤੁਸੀਂ ਹੁਣ ਤੱਕ ਦੇ ਜਿਹੜੇ ਵਿਕਾਸ ਕਾਰਜ ਆ ਸਰਪੰਚ ਵੱਲੋਂ ਜਾਂ ਪੰਚਾਇਤ ਵੱਲੋਂ ਕਰਵਾਏ ਗਏ ਆ ਜਿਹੜੇ? ਹਾਂ, ਬਹੁਤ ਵਧੀਆ ਹੋਏ ਨੇ। ਸਾਰਾ ਕਾਰੋਬਾਰ ਇਹੋ ਜਿਹਾ ਨਾ ਕਦੀ ਹੋਵੇਗਾ ਨਾ ਹੋਇਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਨਵੀਂ ਪੰਚਾਇਤ ਨੂੰ ਲੈ ਕੇ ਕਿਸ ਤਰ੍ਹਾਂ ਦਾ ਤੁਹਾਡਾ ਰੁਝਾਨ ਆ ਪਿੰਡ ਦਾ ਜਿਹੜਾ ਦੇਖਣ ਨੂੰ ਮਿਲ ਜਾਵੇ? ਉਹ ਤਾਂ ਟਾਈਮ ਆਵੇਗਾ, ਉਸ ਸਮੇਂ ਦੇ ਮੁਤਾਬਕ ਹੈ। ਅਜੇ ਨਹੀਂ ਪਹਿਲਾਂ ਕਹਿ ਸਕਦੇ, ਪਰ ਸਮਾਂ ਦੱਸੇਗਾ। ਪਰ ਟਾਈਮ ਦੁਬਾਰਾ ਇਹਨੂੰ ਹੀ ਫੇਰ ਮੁੜ ਦਿੱਤਾ ਜਾਏਗਾ। ਇਹ ਚੀਜ਼ ਹੈ ਵੇਰਵਾ ਜਿਹੜਾ ਕੰਮ ਕਰਦਾ ਉਸ ਬੰਦੇ ਨੂੰ ਹੀ ਦੁਬਾਰਾ ਟਾਈਮ ਦੇਣਾ ਚਾਹੀਦਾ। ਬਿਲਕੁਲ ਬਿਲਕੁਲ। ਪਿੰਡਾਂ ਦੇ ਜਿਹੜੇ ਵਿਕਾਸ ਕਾਰਜ ਆ ਜਿਹੜੀ ਪੰਚਾਇਤ ਵੱਲੋਂ ਕੀਤੇ ਜਾਂਦੇ ਆ, ਉਹਨਾਂ ਨੂੰ ਹੀ ਦੁਬਾਰਾ ਜਿਹੜਾ ਉਹ ਹੋਰ ਜਿਹੜੇ ਰਹਿੰਦੇ ਅਧੂਰੇ ਕੰਮ ਆ ਜਿਹੜੇ ਪਿੰਡ ਦੇ ਆ ਉਹ ਕਰਨ ਦਾ ਮੌਕਾ ਦੇਣਾ ਚਾਹੀਦਾ। ਤਾਂ ਸਾਡੇ ਨਾਲ ਇਹ ਜੁੜੇ ਸਨ ਪਿੰਡ ਦੇ ਜਿਹੜੇ ਵਸਨੀਕ ਸੀਗੇ, ਉਹ ਦੱਸਦੇ ਸੀਗੇ ਵੀ ਪੰਚਾਇਤ ਵੱਲੋਂ ਜਿਹੜਾ ਵਧੀਆ ਉਪਰਾਲੇ ਜਿਹੜੇ ਆ ਕੀਤੇ ਜਾਂਦੇ ਆ, ਤੇ ਉਹਨਾਂ ਵੱਲੋਂ ਵੀ ਜਿਹੜਾ ਪੂਰਾ ਜਿਹੜਾ ਸਹਿਯੋਗ ਆ ਇਸ ਕੰਮ ਦੇ ਵਿੱਚ ਦਿੱਤਾ ਜਾ ਰਿਹਾ ਉਹਨਾਂ ਵੱਲੋਂ। ਹੋਤੀਪੁਰ ਪਿੰਡ ਦੇ ਵਿੱਚ ਸਾਡੇ ਨਿਊਜ਼ ਟਾਈਮ ਪੰਜਾਬ ਦੀ ਜਿਹੜੀ ਟੀਮ ਆ ਉਹ ਵਿਕਾਸ ਕਾਰਜਾਂ ਨੂੰ ਲੈ ਕੇ ਪਹੁੰਚੀ ਹੋਈ ਆ, ਉਹ ਦੇਖਣ ਵਾਸਤੇ ਵੀ ਕਿਸ ਤਰ੍ਹਾਂ ਦੇ ਜਿਹੜੇ ਪੰਚਾਇਤ ਵੱਲੋਂ ਇੱਥੇ ਕਾਰਜ ਜਿਹੜੇ ਕਰਵਾਏ ਜਾ ਰਹੇ ਆ। ਤਾਂ ਸਾਡੇ ਨਾਲ ਜੁੜੇ ਨੇ ਪਿੰਡ ਦੇ ਜਿਹੜੇ ਵਸਨੀਕ ਨੇ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਸਾਡਾ ਨਾਂ ਰਿਸ਼ਪਾਲ ਸਿੰਘ ਜੀ। ਅਸੀਂ ਹੋਤੀਪੁਰ ਦੇ ਰਹਿਣ ਵਾਲੇ ਹਾਂ ਜੀ।
ਤੁਹਾਡੇ ਪਿੰਡ ਦੇ ਵਿੱਚ ਪਿੱਛੇ ਵੀ ਪਹਿਲਾਂ ਵੀ ਪੰਚਾਇਤਾਂ ਬਣੀਆਂ ਤੇ ਹੁਣ ਵੀ ਜਿਹੜੀ ਮੌਜੂਦਾ ਪੰਚਾਇਤ ਚੱਲ ਰਹੀ ਆ, ਕਿਸ ਤਰ੍ਹਾਂ ਦਾ ਤੁਹਾਨੂੰ ਦੇਖਣ ਨੂੰ ਜਿਹੜਾ ਫਰਕ ਲੱਗਦਾ ਵੀ ਪਹਿਲਾਂ ਪੰਚਾਇਤਾਂ ਬਣੀਆਂ ਉਹਨਾਂ ਵੱਲੋਂ ਕਿੰਨੇ ਕੁ ਕਾਰਜ ਜਿਹੜੇ ਆ ਵਿਕਾਸ ਕਾਰਜ ਕਰਵਾਏ ਗਏ ਆ, ਤਾਂ ਹੁਣ ਜਿਹੜੀ ਮੌਜੂਦਾ ਸਰਪੰਚ ਲਵਜੀਤ ਸਿੰਘ ਬੱਬੀ ਨੇ ਉਹਨਾਂ ਦੀ ਪੰਚਾਇਤ ਵੱਲੋਂ ਜਿਹੜਾ ਵੀ ਕਿੰਨੇ ਕੁ ਵਿਕਾਸ ਕਾਰਜ ਕਰਵਾਏ ਗਏ? ਇਹਨਾਂ ਦੇ ਜੀ ਬਹੁਤ ਵਧੀਆ ਕੰਮ ਕੀਤੇ ਨੇ ਜੀ। ਪਹਿਲੀਆਂ ਜਿਹੜੇ ਸਾਡੇ ਪੰਚਾਇਤਾਂ ਬਣੀਆਂ ਨੇ ਉਹ ਖਾਣ ਵਾਲੀਆਂ ਬਣੀਆਂ ਨੇ, ਹੁਣ ਸਿੱਧਾ ਬਸ ਖਾਣ ਵਾਲੀ ਧਿਆਨ ਰੱਖਿਆ ਨੇ। ਇਹ ਲਵਜੀਤ ਨੇ ਸਾਡੇ ਪਿੰਡ ਦਾ ਸੁਧਾਰ ਬਹੁਤ ਜ਼ਿਆਦਾ ਕਰ ਦਿੱਤਾ ਜੀ। ਇੱਥੇ ਆ ਸੜਕ 'ਚ 4-4 ਫੁੱਟ ਪਾਣੀ ਹੁੰਦਾ ਸੀ ਜੀ। ਅਸੀਂ ਬਹੁਤ ਮੁਸ਼ਕਲ ਸੀ ਸਾਨੂੰ, ਹੁਣ ਵੇਖ ਲਓ ਐਨ ਵਧੀਆ ਬਣ ਗਿਆ ਜੀ। ਇੱਟਾਂ ਲੱਗ ਗਈਆਂ, ਸੜਕ ਬਣ ਗਈ ਜੀ, ਬਹੁਤ ਸੁਧਾਰ ਕੀਤਾ ਜੀ। ਪਿੰਡ ਦਾ ਵੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਪੰਚਾਇਤ ਵੱਲੋਂ ਜੀ। ਨਗਰ ਦਾ ਬਹੁਤ ਜ਼ਿਆਦਾ ਉਪਰਾਲਾ ਕਰ ਰਹੇ ਨੇ ਜੀ, ਬਹੁਤ ਵਧੀਆ ਜੀ। ਤੇ ਨਗਰ ਵਾਸੀਆਂ ਵੱਲੋਂ ਤੁਹਾਡੇ ਵੱਲੋਂ ਇਹਨਾਂ ਨੂੰ ਪੰਚਾਇਤ ਨੂੰ ਕਿਸ ਤਰ੍ਹਾਂ ਦਾ ਕੋਈ ਸਹਿਯੋਗ ਕੀਤਾ ਜਾ ਰਿਹਾ? ਪੰਚਾਇਤ ਵੱਲੋਂ ਤਾਂ ਠੀਕ ਸੰਯੋਗ ਵਧੀਆ ਹੋ ਰਿਹਾ ਜੀ। ਨਗਰ ਵੀ ਅਗਾਂਹ ਵਾਸਤੇ ਇਹਨਾਂ ਨੂੰ ਸਰਪੰਚ ਅਗਾਂਹ ਵਾਸਤੇ ਬਿਨਾਂ ਵੋਟਾਂ ਤੋਂ ਵੀ ਚੁਣਨ ਨੂੰ ਫਿਰਦੇ ਨੇ। ਅੱਛਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਉਹ ਬਿਨਾਂ ਵੋਟਾਂ ਤੋਂ ਹੀ ਜਿਹੜੀ ਹੈ ਉਹ ਸਰਬਸੰਮਤੀ ਦੇ ਨਾਲ ਵੀ ਬਣਾਉਣ ਨੂੰ ਲੋਕ ਚਾਹਵਾਨ ਨੇ ਇੱਥੇ। ਇਹ ਖਲੋ ਜਾਣ ਤੇ ਬਿਨਾਂ ਵੋਟਾਂ ਤੋਂ ਹੀ ਬਣਨਗੇ ਸਰਬਸੰਮਤੀ ਨਾਲ ਹੀ। ਜਿਵੇਂ ਦੇ ਇਹਨਾਂ ਨੇ ਕੰਮ ਕੀਤੇ ਨੇ, ਬਹੁਤ ਵਧੀਆ ਕੰਮ ਕੀਤੇ ਨੇ। ਕੋਈ ਵੀ ਇਹੋ ਜਿਹਾ ਨਹੀਂ ਵੀ ਕਿਸੇ ਨੂੰ ਉਹਨੇ ਨਾ ਤਕਲੀਫ ਹੀ ਦਿੱਤੀ ਹੈ, ਤੇ ਐਨ ਸੰਮਤੀ ਨਾਲ ਕੰਮ ਕੀਤਾ, ਜਿਹੜਾ ਵੀ ਕੀਤਾ ਬਹੁਤ ਵਧੀਆ ਕੀਤੇ ਕੰਮ। ਸਰਪੰਚ ਨੇ ਇਲੈਕਸ਼ਨ ਲੜੇ ਸੀਗੇ, ਇਲੈਕਸ਼ਨਾਂ ਦੇ ਟਾਈਮ ਦੇ ਵਿੱਚ ਜਿਹੜੀ ਵੋਟਿੰਗ ਸੀਗੀ ਉਹ ਤੁਹਾਡੇ ਵੱਲੋਂ ਕਿਸ ਪਾਰਟੀ ਨੂੰ ਜਿਹੜੀ ਆ ਦਿੱਤੀ ਗਈ ਸੀ, ਇਹਨਾਂ ਨੂੰ ਜਾਂ ਦੂਜੀ ਪਾਰਟੀ ਨੂੰ? ਅਸੀਂ ਤਾਂ ਲਵਜੀਤ ਨੂੰ ਨਹੀਂ ਦਿੱਤੀਆਂ ਜੀ। ਪਹਿਲਾਂ ਹੀ ਅਸੀਂ ਤੇ ਆਖ ਦਿੱਤਾ ਸੀ ਵੀ ਲਵਜੀਤ ਤੇਰੀਆਂ ਵੋਟਾਂ ਨੇ, ਜਦੋਂ ਮਰਜ਼ੀ ਲੈ ਜੀ, ਸਾਡੇ ਲਿਆਉਣ ਦੀ ਲੋੜ ਨਹੀਂ। ਅਸੀਂ ਤੇ ਬਹੁਤ ਜ਼ਿਆਦਾ ਪਹਿਲਾਂ 15 ਸਾਲ ਉਹਨਾਂ ਨੂੰ ਵੋਟਾਂ ਪਾਈਆਂ ਨੇ ਜੀ, 3 ਇਲੈਕਸ਼ਨ ਉਹਨਾਂ ਨੂੰ ਵੋਟਾਂ ਪਾਈਆਂ ਨੇ। ਹੁਣ ਸਾਡੀ ਇਹਦੇ ਨਾਲ ਸੀ ਸੈਲਾ ਬਦਲ ਗਈ। ਜਿਹੜੇ ਵੋਟਰਾਂ ਨੇ ਵੋਟਾਂ ਨਹੀਂ ਵੀ ਪਾਈਆਂ, ਦੂਜੇ ਕੈਂਡੀਡੇਟ ਨੂੰ ਪਾਤੀਆਂ ਸੀ, ਉਹਨਾਂ ਦਾ ਹੁਣ ਰੁਝਾਨ ਆ ਜਿਹੜਾ ਪੰਚਾਇਤ ਦੇ ਕੰਮ ਨੂੰ ਦੇਖ ਕੇ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ? ਉਹਨਾਂ ਦੇ ਇਹਨਾਂ ਕੰਮ ਪਹਿਲਾਂ ਕੀਤੇ ਨੇ ਜੋ ਇੱਧਰ ਹੀ ਸਾਰੇ ਸੰਯੋਗ ਦੇਣ ਨੂੰ ਤਿਆਰ ਨੇ ਹੁਣ ਜੀ। ਅੱਛਾ, ਪੰਚਾਇਤ ਵੱਲੋਂ ਉਹਨਾਂ ਦੇ ਜਿਹੜੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਕੀਤੇ ਗਏ ਆ, ਤੇ ਜਿਹੜੇ ਜਿਨ੍ਹਾਂ ਵੋਟਾਂ ਪਾਈਆਂ ਉਹਨਾਂ ਦੇ ਬਾਅਦ 'ਚ? ਹਾਂਜੀ ਜੀ, ਪਹਿਲੇ ਆਧਾਰ ਤੇ ਉਹਨਾਂ ਦੇ ਕੰਮ ਹੋਏ ਨੇ ਜੀ। ਸਾਡੇ ਜਿਨ੍ਹਾਂ ਨੇ ਅਸਾਂ ਵੋਟਾਂ ਪਾਈਆਂ ਨੇ, ਸਾਡੇ ਅਜੇ ਵੀ ਆਹ ਕੰਮ ਅਧੂਰੇ ਰਹਿ ਗਏ ਨੇ। ਪਰ ਦੂਜਾ ਉਹਨਾਂ ਦੀਆਂ ਨਹੀਂ ਅਧੂਰੇ ਇਹਨਾਂ ਰਹਿਣ ਦਿੱਤੇ, ਕਿਉਂਕਿ ਬਰਕਲਾ ਪਾਰਟੀ ਦੇ ਵੀ ਇਹਨਾਂ ਕੰਮ ਪਹਿਲਾਂ ਕੀਤੇ ਨੇ। ਅਤੇ ਇਸ ਕਰਕੇ ਅਸੀਂ ਇਹਨਾਂ ਨੂੰ ਇਹ ਨਹੀਂ ਆਂਦੇ ਵੀ ਸਾਡਾ ਕੰਮ ਕਰੋ। ਸਾਡੇ ਆਪਣੇ ਆਪ ਇਹ ਸਾਡੇ ਘਰ ਆਣ ਕੇ ਆਉਂਦੇ ਨੇ ਵੀ ਤੁਹਾਡਾ ਕੰਮ ਕਰਨਾ ਅਸਾਂ ਅਧੂਰਾ ਰਹਿ ਗਿਆ ਥੋੜ੍ਹਾ ਜਿਹਾ, ਕੋਈ ਗੱਲ ਨਹੀਂ, ਕਰਕੇ ਜਾਵਾਂਗੇ ਆਪਾਂ। ਤਾਂ ਇਹ ਸਨ ਪਿੰਡ ਦੇ ਵਸਨੀਕ ਜਿਹੜੇ ਕਹਿੰਦੇ ਨੇ ਵੀ ਪੰਚਾਇਤ ਵੱਲੋਂ ਜਿਹੜਾ ਬਿਲਕੁਲ ਬਿਨਾਂ ਭੇਦਭਾਵ ਕੀਤਿਆਂ ਜਿਹੜਾ ਪਿੰਡ ਦੇ ਜਿਹੜੇ ਵਿਕਾਸ ਕਾਰਜ ਆ ਜਿਹੜੇ ਉਹ ਕਰਵਾਏ ਜਾ ਰਹੇ ਆ। ਹਾਂਜੀ ਬਾਪੂ ਜੀ, ਕੀ ਨਾਮ ਆ ਤੁਹਾਡਾ? ਦਰਬਾਰਾ ਸਿੰਘ। ਪਿੰਡ ਦਾ ਜਿਹੜਾ ਵਿਕਾਸ ਕਰਵਾਇਆ ਜਾ ਰਿਹਾ ਸਰਪੰਚ ਵੱਲੋਂ, ਉਹਨੂੰ ਲੈ ਕੇ ਤੁਹਾਡਾ ਜਿਹੜਾ ਹੈਗਾ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨੂੰ ਲੈ ਕੇ? ਬਹੁਤ ਅੱਛੇ ਤੌਰ ਤੇ ਕੰਮ ਕਰ ਰਹੇ ਨੇ ਸਰਪੰਚ ਸਾਹਿਬ। ਸਾਡੇ ਸਾਰੇ ਏਰੀਏ 'ਚੋਂ ਕੰਮ ਅੱਗੇ ਜਾ ਰਿਹਾ। ਸਾਡੇ ਪਿੰਡ ਦਾ ਸਰਪੰਚ ਬਹੁਤ ਸੱਚੇ ਸੁੱਚੇ ਬੰਦੇ ਨੇ ਜੀ। ਇਹ ਕੁਛ ਸਾਲ ਪਹਿਲਾਂ ਜਿਹੜਾ ਤੁਹਾਡੇ ਵਾਲਾ ਪਾਸਾ ਇੱਧਰਲਾ ਸੜਕ ਸੀਗੀ ਜਿਹੜੀ, ਇਹ ਬਿਲਕੁਲ ਇੱਥੇ ਲੰਘਿਆ ਨਹੀਂ ਸੀ ਜਾਂਦਾ, ਜਿਵੇਂ ਡਰੇਨ ਬਣੀ ਹੁੰਦੀ ਹੈ ਇਸ ਤਰ੍ਹਾਂ ਸੀਗੀ ਇਹ। ਤਾਂ ਹੁਣ ਇਹ ਜਿਹੜਾ ਬਿਲਕੁਲ ਬਹੁਤ ਵਧੀਆ ਉੱਚਾ ਕਰਕੇ ਇਹਦੇ ਤੇ ਇੱਟਾਂ ਲਾਈਆਂ ਗਈਆਂ, ਤਾਂ ਪੰਚਾਇਤ ਵੱਲੋਂ ਇਹ ਕਾਰਜ ਕਰਵਾਇਆ ਗਿਆ। ਕੀ ਸਾਨੂੰ ਇਸ ਚੀਜ਼ ਦਾ ਪਤਾ, ਸਰਪੰਚ ਸਾਹਿਬ ਹੋਰਾਂ ਨੂੰ ਪਤਾ ਇਹਨਾਂ ਨੇ ਕਿੱਥੋਂ ਲਿਆਂਦਾ, ਕੀ ਕੀਤਾ ਹੈ। ਅਜੇ ਤੱਕ ਗ੍ਰਾਂਟ ਵੀ ਨਹੀਂ ਮਿਲੀ ਇਹਨਾਂ ਨੂੰ। ਸਾਡੇ ਬੂਹੇ ਅੱਗੇ ਛਪੜੀਆਂ ਹੀ ਲੱਗੀਆਂ ਸੀ ਸਾਰੀਆਂ ਵਾਹਣੀਆਂ ਦੀਆਂ। ਸਰਪੰਚ ਸਾਹਿਬ ਹੋਰਾਂ ਨੇ ਸਾਡਾ ਕੋਡ ਕੱਢਿਆ, ਸਾਨੂੰ ਬਾਹਰ ਅੰਦਰ ਨਿਕਲਣਾ ਸੌਖਾ ਇਹਨਾਂ ਕੀਤਾ। ਨਹੀਂ ਤਾਂ ਇੱਥੇ ਤਾਂ ਪਾਣੀ ਖੜਾ ਰਹਿੰਦਾ ਸਾਡੇ ਆ ਮਹੱਲੇ ਸਾਰੇ 'ਚ ਹੀ। ਇਹ ਸਰਪੰਚ ਸਾਹਿਬ ਹੋਰਾਂ ਦੀਆਂ ਮਿਹਰਬਾਨੀਆਂ ਨੇ। ਕਿੱਥੋਂ ਲਿਆਏ ਨੇ, ਕੀ ਕੀਤਾ ਹੈ, ਜੇਬ 'ਚੋਂ ਲਾਇਆ ਜਾਂ ਸਰਕਾਰ ਤੋਂ ਲਿਆ? ਪੰਚਾਇਤਾਂ ਪਹਿਲਾਂ ਵੀ ਬਣਦੀਆਂ ਆ ਰਹੀਆਂ ਬਹੁਤ ਲੰਮੇ ਸਮੇਂ ਤੋਂ। ਜਿਹੜਾ ਹੈਗਾ ਦੇਸ਼ ਆਜ਼ਾਦ ਹੋ ਗਿਆ ਸਾਡਾ, ਤਾਂ ਉਸ ਤੋਂ ਬਾਅਦ 'ਚ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ, ਗ੍ਰਾਮ ਪੰਚਾਇਤਾਂ। ਤਾਂ ਇਹ ਜਿਹੜਾ ਵਿਕਾਸ ਆ ਹੁਣ ਹੋਇਆ, ਪਹਿਲਾਂ ਕਿਉਂ ਨਹੀਂ ਹੋ ਸਕਿਆ? ਇਹ ਵੇਖੋ ਜੀ, ਪਹਿਲਾਂ ਤਾਂ ਨਹੀਂ ਹੋਇਆ। ਇਹ ਵਾਹਣੀਆਂ ਹੀ ਖਾ ਗਈਆਂ ਨੇ। ਪਾਣੀ ਵਾਲੀ ਵਾਹਣੀ ਨਿਕਾਸੀ ਦੀ ਹੁੰਦੀ, ਰੋਜ਼ ਟੁੱਟੀ ਰਹਿਣੀ। ਸਰਪੰਚਾਂ ਨੇ ਟਾਂਕੇ ਲਾ ਦੇਣੇ, ਲਾ ਕੇ ਚਾਲੂ ਕਰ ਦੇਣੀ, ਫਿਰ ਗਰਾਂਟ ਮਿਲ ਜਾਣੀ, ਫਿਰ ਪੁਲੀ ਬਣਾ ਦੇਣੀ। ਜਿੱਥੋਂ ਨਿਕਾਸ ਨਹੀਂ ਹੁੰਦਾ ਉਹ ਪੁਲੀ ਟੁੱਟ ਗਈ, ਫਿਰ ਭੱਜ ਵਗਣਾ ਗਰਾਂਟ ਨੂੰ। ਫਿਰ ਹੋਰ ਕਿਸੇ ਪਾਸੇ ਇੱਕ ਨਲਕਾ ਪੱਟ ਲੈਣਾ, ਦੂਜਾ ਲਵਾ ਦੇਣਾ।
ਆਹ ਸਰਪੰਚਾਂ ਦੀਆਂ ਪਹਿਲਾਂ ਕਾਰਵਾਈਆਂ ਚੱਲਦੀਆਂ ਰਹੀਆਂ ਨੇ, ਯਾਨੀ ਇਹ ਸਰਪੰਚ ਸਾਹਿਬਾਂ ਨੇ ਬਹੁਤ ਸੱਚਾ ਸੁੱਚਾ ਕੰਮ ਕੀਤਾ। ਵਿਕਾਸ ਦੇ ਨਾਂ ਤੇ ਜਿਹੜਾ ਖਾਨਾ ਪੂਰਤੀ ਕੀਤੀ ਜਾਂਦੀ ਸੀ ਪੰਚਾਇਤਾਂ ਵੱਲੋਂ। ਹਾਂਜੀ, ਖਾਨਾ ਪੂਰਤੀ ਕੀਤੀ ਜਾਂਦੀ ਸੀ, ਬਿਲਕੁਲ ਕੀਤੀ ਜਾਂਦੀ ਸੀ। ਕੋਈ ਵਿਕਾਸ ਨਹੀਂ ਸੀ ਹੁੰਦਾ, ਬਸ ਕਾਗਜ਼ਾਂ 'ਚ ਕਰ ਛੱਡਦੇ ਸੀ। ਸਾਡੇ ਵਾਸਤੇ ਤਾਂ ਕਾਗਜ਼ਾਂ ਦੀ, ਸਾਡੇ ਪਾਸੇ ਤਾਂ ਪਾਣੀ ਖੜਾ ਰਹਿੰਦਾ ਸੀ ਜੀ। ਹਾਂਜੀ। ਮਾਤਾ ਜੀ ਕੀ ਨਾਮ ਆ ਤੁਹਾਡਾ? ਗੁਰਦੀਪ ਕੌਰ। ਪਿੰਡ ਦੇ ਵਿੱਚ ਇਹ ਜਿਹੜੀ ਫਿਰਨੀ ਆ, ਪਹਿਲਾਂ ਬਿਲਕੁਲ ਇੱਥੇ ਪਾਣੀ ਖੜਾ ਹੁੰਦਾ ਸੀ ਹਾਂਜੀ ਤੇ ਹੁਣ ਇਹਦਾ ਜਿਹੜਾ ਹੈਗਾ ਪਿੰਡ ਦੀ ਪੰਚਾਇਤ ਵੱਲੋਂ ਵਿਕਾਸ ਕਰਵਾਇਆ ਗਿਆ। ਹਾਂਜੀ ਇਹ ਤੁਸੀਂ ਪੰਚਾਇਤ ਨੂੰ ਪਹਿਲੀ ਨੂੰ ਵੀ ਕਹਿੰਦੇ ਰਹੇ ਆ ਜਾਂ ਇਹਨੂੰ ਵੀ ਕਹਿੰਦੇ ਰਹੇ ਆ, ਹਾਂਜੀ। ਜਾਂ ਇਹ ਪੰਚਾਇਤ ਨੇ ਖੁਦ ਇਹ ਆਪਣੇ ਤੌਰ ਤੇ ਕੰਮ ਕੀਤਾ? ਹਾਂ ਕੀਤਾ ਹੈ, ਬਹੁਤ ਸੋਹਣਾ ਕੰਮ ਕੀਤਾ ਹੈ, ਬੜਾ ਵਧੀਆ ਕੀਤਾ ਹੈ। ਸਾਡੇ ਕੋਲ ਤੇ ਇਥੋਂ ਮੇਰੇ ਤੋਂ ਤੇ ਚੜਿਆ ਉਤਰਿਆ ਨਹੀਂ ਸੀ ਬੇਟਾ ਜਾਂਦਾ, ਜਿੰਨੀ ਮੈਂ ਤੰਗ ਹੁੰਦੀ ਸਾਂ। ਤੇ ਮੈਂ ਤੇ ਉਦੋਂ ਦੀ ਸੀਸਾਂ ਦੇਣੀਆਂ, ਮੈਂ ਨਹੀਂ ਤੇਰੇ ਬੱਚੇ ਜਿਉਣ ਜਿੰਨੇ ਇੰਨਾ ਸੋਹਣਾ ਕੰਮ ਕੀਤਾ ਹੈ। ਕਿੰਨੇ ਸਾਲਾਂ ਤੋਂ ਜਿਹੜਾ ਇਧਰਲੇ ਪਾਸੇ ਤੁਸੀਂ ਇਹ ਨਰਕ ਭਰੀ ਜ਼ਿੰਦਗੀ ਜਿਹੜੀ ਆ ਸਾਡੀ ਬਤੀਤ ਤੇ ਕਰ ਉਮਰ ਹੀ ਰਹੇ ਲੰਘ ਸੀ? ਚਲੀ ਸੀ ਬੇਟਾ, ਉਹ ਅੱਜ ਦੀ ਗੱਲ ਥੋੜੀ ਹੈ। ਸਾਡੀ ਤੇ ਉਮਰ ਹੀ ਨਰਕਾਂ 'ਚ ਲੰਘ ਚਲੀ ਸੀ, ਇਹਦੇ 'ਚ ਕੋਈ ਝੂਠ ਵਾਲੀ ਗੱਲ ਨਹੀਂ। ਹਾਂ ਆ ਸਾਡੀ ਤੇ ਹੁਣ ਜ਼ਿੰਦਗੀ ਬਣੀ ਹੈ। ਇੱਥੇ ਇੰਨੇ ਨਾਲ ਪਾਣੀ ਖੜਾ ਹੁੰਦਾ ਸੀ, ਆ ਜਿਹੜੀ ਸਾਡੀ ਸੜਕ ਸੀ ਇਹਦੇ 'ਚ ਇੰਨੇ ਨਾਲ ਗੋਡੇ ਗੋਡੇ ਪਾਣੀ, ਤੇ ਇੱਥੋਂ ਮੇਰੇ ਤੋਂ ਤੇ ਚੜਿਆ ਉਤਰਿਆ ਨਹੀਂ ਸੀ ਜਾਂਦਾ ਆ ਗੋਡਿਆਂ ਦੀ ਦਰਦ ਤੋਂ। ਤੇ ਫਿਰ ਕਿਸ ਤਰ੍ਹਾਂ ਤੁਸੀਂ ਜਿਹੜਾ ਇੱਥੋਂ ਦੀ ਆਵਾਜਾਈ ਕਰਦੇ ਸੀਗੇ, ਬਾਹਰ ਨਿਕਲਦੇ ਸੀਗੇ ਬੜੇ ਜਦੋਂ ਔਖੇ ਪਾਣੀ ਹੋ ਕੇ ਖੜਾ ਨਿਕਲਦੇ ਸਾਂ, ਬਹੁਤ ਔਖੇ ਹੋ ਕੇ ਬੇਟਾ ਨਿਕਲਦੇ ਸਾਂ। ਹਾਂ ਬਹੁਤ ਤੰਗੀ ਸੀ। ਇਹ ਤਾਂ ਨਹੀਂ ਭਲਾ ਆਵੇ ਏਡਾ ਵਧੀਆ ਸਰਪੰਚ ਬਣਿਆ ਜਿਹਨੇ ਇੰਨਾ ਫੜ ਕੇ ਇੰਜ ਨਰਕਾ ਕੱਢ ਕੇ ਰੱਖ ਦਿੱਤੀ ਗੇ, ਤੇ ਸੋਹਣਾ ਕੰਮ ਕਰਨ ਡਿਆ ਏ ਤੇ ਵਧੀਆ ਕੰਮ ਕੀਤਾ ਸੋ। ਵੋਟਾਂ ਤਾਂ ਤੁਸੀਂ ਪਹਿਲਾਂ ਵੀ ਜਿਹੜਾ ਹੈਗਾ ਪੰਚਾਇਤਾਂ ਨੂੰ ਚੁਣਦੇ ਰਹੇ ਆ, ਸਰਪੰਚਾਂ ਨੂੰ ਪਾਉਂਦੇ ਰਹੇ ਆ, ਪਾਉਂਦੇ ਰਹੇ ਤਾਂ ਆ। ਉਹ ਪੰਚਾਇਤਾਂ ਨੇ ਉਹਨਾਂ ਨੂੰ ਤੁਸੀਂ ਨਹੀਂ ਕਹਿੰਦੇ ਰਹੇ ਗਲੀ ਸਾਰਾ ਸੜਕ ਕੁਝ ਬਣਾਉਣ ਕਰਦੇ ਰਹੇ, ਕਿਸੇ ਨਹੀਂ ਸੀ ਸਾਡਾ ਕੀਤਾ। ਇਹਨੇ ਤੇ ਇਹ ਬਣਿਆ ਤੇ ਇਹਨੇ ਆ ਗੰਦ ਸਾਰੀਆਂ ਗਲੀਆਂ ਦਾ ਬੇਟਾ ਕੱਢ ਦਿੱਤਾ ਹੈ। ਸਾਡਾ ਪਿੰਡ ਜਿਹੜਾ ਨਾ, ਬਾਹਰਲੇ ਪਿੰਡਾਂ 'ਚ ਲੋਕ ਆਉਂਦੇ ਨੇ ਇੰਨੀ ਸਿਫਤ ਕਰਦੇ ਨੇ ਵੀ ਹੋਤੀਪੁਰ ਵਰਗੀਆਂ ਗਲੀਆਂ ਕਿਤੇ ਨਾ ਬਣੀਆਂ ਨੇ ਤੇ ਨਾ ਬਣਨੀਆਂ ਹੀ ਨੇ। ਐਡੀਆਂ ਸੋਹਣੀਆਂ ਗਲੀਆਂ ਬਣੀਆਂ ਨੇ। ਹੁਣ ਵੇਖ ਲਓ ਦੋ ਦੋ ਚੀਜ਼ਾਂ ਇੱਥੋਂ ਲੰਘ ਸਕਦੀਆਂ ਨੇ, ਕੋਈ ਸਾਨੂੰ ਫਿਕਰ ਫਾਕਾ ਨਹੀਂ। ਐਡੀਆਂ ਸੋਹਣੀਆਂ ਗਲੀਆਂ ਨੇ। ਪੰਚਾਇਤ ਵੱਲੋਂ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ, ਤੁਸੀਂ ਵੀ ਜਿਹੜੀ ਇਹਦੀ ਚੱਲ ਜੇ ਸ਼ਲਾਘਾ ਵੋਟਾਂ ਕਰਦੇ ਆ। ਪਾਈਆਂ ਨੇ ਤੇ ਉਹਨੇ ਵੋਟਾਂ ਦਾ ਮੁੱਲ ਪਾਇਆ ਏ। ਹਾਂ ਬਹੁਤ ਵਧੀਆ ਕੰਮ ਕੀਤਾ ਹੈ, ਬਹੁਤ ਸੋਹਣਾ ਕੀਤਾ ਹੈ ਉਹਨੇ। ਹਾਂ ਮਾਤਾ ਜੀ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਤੁਸੀਂ ਤਾਂ ਵੋਟਾਂ ਪਾਈਆਂ, ਉਹਦਾ ਮੁੱਲ ਮੋੜਿਆ ਕਹਿੰਦੇ ਆ। ਹਾਂਜੀ। ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਮੁੱਲ ਉਸ ਤੋਂ ਵੀ ਉਹਨੇ- ਵੱਧ ਮੋੜਿਆ। ਉਹਨਾਂ ਨੇ ਉਹਨੇ ਸੁਣਿਆ ਉਹ ਵੀ ਤੋਂ ਉਹਨਾਂ ਦਾ ਵੱਧ- ਵਿਕਾਸ ਪਹਿਲਾਂ ਹਾਂ, ਕੀਤਾ ਗਿਆ। ਉਹਨੇ ਵੱਧ ਮੋੜਿਆ, ਉਦੋਂ ਵੱਧ ਉਹਨੇ ਉਹ ਸਾਰਿਆਂ ਭੈਣ ਭਰਾ ਸਾਡਾ ਬਾਅਦ 'ਚ ਹੋਇਆ, ਉਹਨਾਂ ਦਾ ਪਹਿਲਾਂ ਕੀਤਾ ਹੈ। ਹਾਂ ਸਾਡਾ ਬਾਅਦ 'ਚ ਬੇਟਾ ਹੋਇਆ, ਉਹਨਾਂ ਦਾ ਕੰਮ ਉਹਨੇ ਪਹਿਲਾਂ ਕੀਤਾ। 2 ਸਾਲ ਹੋ ਗਏ ਨੇ ਗਲੀਆਂ ਬਣਦੀਆਂ ਨੂੰ, ਆ ਸਾਡੀ ਤੇ ਹੁਣ ਬਣੀ ਹੈ। ਪੁੱਛ ਲਓ ਇਹਨਾਂ ਨੂੰ, ਮਹੀਨਾ ਕੁ ਹੋ ਗਿਆ। ਵੀ ਪੰਚਾਇਤ ਆ ਜਿਹੜੀ ਵੀ ਕਿਸੇ ਵੀ ਵਿਤਕਰੇ ਤੋਂ ਬਗੈਰ ਆ ਜਿਹੜਾ ਇਹ ਵਿਕਾਸ ਆ ਜਿਹੜੇ ਕਰਦੀ ਆ ਰਹੀ ਹੈ। ਹਾਂ ਨਾ ਜੀ ਨਾ, ਕੋਈ ਵਿਤਕਰਾ ਨਹੀਂ ਸਾਡੇ ਨਾਲ ਹੋਇਆ। ਅਸੀਂ ਕਿਉਂ ਆਖੀਏ, ਸਾਡੇ ਨਾਲ ਕੋਈ ਵਿਤਕਰਾ ਨਹੀਂ ਹੋਇਆ। ਸਰਪੰਚ ਸਾਹਿਬ, ਪਿੰਡ ਦੇ ਵਿੱਚ ਜਿਹੜੇ ਹੋਰ ਵਿਕਾਸ ਕਾਰਜ ਕਰਵਾਏ ਗਏ ਆ ਤੁਹਾਡੇ ਵੱਲੋਂ, ਉਹਨਾਂ ਦੇ ਸੰਬੰਧ ਦੇ ਵਿੱਚ ਸਾਨੂੰ ਜਿਹੜਾ ਹੈਗਾ ਦੱਸੋ। ਪਿੰਡ ਦੇ ਵਿੱਚ ਜਿੱਥੇ ਗਲੀਆਂ ਨਾਲੀਆਂ ਤੋਂ ਬਾਅਦ ਹੋਰ ਕੁਝ ਕੰਮ ਜਿਹੜੇ ਜ਼ਰੂਰੀ ਸੀ ਉਹਨਾਂ ਦੇ ਕਰਨ ਤੋਂ ਬਾਅਦ ਲੋਕਾਂ ਦੀ ਇੱਕ ਡਿਮਾਂਡ ਸੀਗੀ ਵੀ ਉਹਨਾਂ ਦਾ ਮਤਲਬ ਜਿਹੜਾ ਜ਼ਰੂਰੀ ਰੋਜ਼ਾਨਾ ਦਾ ਧੰਦਾ ਸੀ ਉਹ ਪਸ਼ੂ ਪਾਲਕ ਹੁੰਦਾ ਆਪਣਾ ਪਿੰਡਾਂ 'ਚ। ਸੋ ਉਹਨਾਂ ਵਾਸਤੇ ਇੱਕ ਸਕੀਮ ਸੈਂਟਰ ਸਰਕਾਰ ਦੀ ਚੱਲੀ ਸੀ, ਕੈਟਲ ਸ਼ੈੱਡ। ਸੋ ਉਹ ਅਸੀਂ ਆਪਣੇ ਪਿੰਡ ਦੇ ਵਿੱਚ 24 ਲੈ ਕੇ ਆਏ ਸੀ, ਜਿਨ੍ਹਾਂ ਦੇ ਵਿੱਚੋਂ 16 ਬਣ ਕੇ ਤਿਆਰ ਨੇ। ਤੁਸੀਂ ਦੇਖ ਸਕਦੇ ਹੋ ਇਹ ਕੈਟਲ ਸ਼ੈੱਡ ਹੈ, ਬਣਿਆ ਹੋਇਆ ਮਨਰੇਗਾ ਸਕੀਮ ਦੇ ਤਹਿਤ। ਔਰ 7-8 ਮਹੀਨਿਆਂ ਦੇ ਵਿੱਚ ਅਸੀਂ ਇਹਨੂੰ ਸਾਰਾ ਕੰਪਲੀਟ ਕਰਾ ਕੇ ਪੇਪਰ ਵਰਕ ਡਨ ਕਰਕੇ ਇਹਦੀ ਪੇਮੈਂਟ ਵੀ ਅਸੀਂ ਕਰਵਾ ਚੁੱਕੇ ਹਾਂ। ਸੋ ਲੋਕਾਂ ਲਈ ਇਹ ਬਹੁਤ ਵੱਡੀ ਸਹੂਲਤ ਸੀਗੀ। ਕਿਸੇ ਨੇ ਉਹਨਾਂ ਨੂੰ ਅੱਜ ਤੱਕ ਦੱਸਿਆ ਹੀ ਨਹੀਂ ਸੀਗਾ, ਕਿਉਂਕਿ ਜਿਹੜਾ ਮਨਰੇਗਾ ਦਾ ਕੰਮ ਹੁੰਦਾ ਉਹਦੇ ਪਿੱਛੇ ਭੱਜ ਦੌੜ ਬਹੁਤ ਕਰਨੀ ਪੈਂਦੀ ਹੈ। ਸੋ ਸਰਪੰਚ ਕਹਿੰਦਾ ਕਿ ਮੈਨੂੰ ਕੀ ਲੋੜ ਪਈ ਹੈ, ਮੈਂ ਕਿਸੇ ਵਿੱਚ ਆਪਣਾ ਤੇਲ ਫੂਕਾਂ। ਪਰ ਮੇਰੀ ਸੋਚ ਹੁੰਦੀ ਕਿ ਜੇ ਆਪਣੇ ਘਰੋਂ ਲੱਗ ਕੇ ਵੀ ਕਿਸੇ ਦਾ ਕੁਝ ਬਣ ਸਕਦਾ ਤਾਂ ਬੰਦੇ ਨੂੰ ਕਰਨਾ ਚਾਹੀਦਾ। ਇਹ ਜਿਹੜੇ ਕੈਟਲ ਸ਼ੈੱਡ ਬਣਾਏ ਗਏ ਆ ਤੁਹਾਡੇ ਵੱਲੋਂ, ਇਹ ਇਹਨਾਂ ਦੀ ਜਿਹੜੀ ਕਾਹਦੇ ਵਾਸਤੇ ਵਰਤੋਂ ਕੀਤੀ ਜਾਂਦੀ ਹੈ? ਇਹਦੀ ਜਿਸ ਵੀ ਬੰਦੇ ਦੇ ਕੋਲ ਪਸ਼ੂ ਹੈਗੇ ਆ ਉਹਨਾਂ ਵਾਸਤੇ ਇਹਨਾਂ ਦੀ ਪਸ਼ੂਆਂ ਦਾ ਸ਼ੈੱਡ ਇਹਨੂੰ ਕਹਿੰਦੇ ਆ ਆਪਾਂ, ਕੈਟਲ ਸ਼ੈੱਡ ਆ। ਸੋ ਲੋਕਾਂ ਨੂੰ ਪਹਿਲਾਂ ਜਿਵੇਂ ਆਪਾਂ ਬਾਹਰ ਖੁੱਲ੍ਹੇ 'ਚ ਬੰਨ ਲੈਂਦੇ ਸੀਗੇ, ਹੁਣ ਉਹਨਾਂ ਦਾ ਸ਼ੈੱਡ ਬਣ ਗਿਆ ਪੱਕਾ, ਅੰਦਰ ਖੁਰਲੀਆਂ ਬਣੀਆਂ ਹੋਈਆਂ ਨੇ। ਸੋ ਉਹਨਾਂ ਦੀ ਬੜੀ ਵੱਡੀ ਸਾਰੀ ਸੁੱਖ ਸਹੂਲਤ ਉਹ ਬਣ ਗਈ ਹੈ। ਇਹਦੇ ਵਾਸਤੇ ਜਿਹੜਾ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਲੋਕਾਂ ਨੂੰ ਜਿਹੜੀਆਂ ਸਕੀਮ ਆ ਇਹਦੇ ਵਾਸਤੇ ਵੀ ਤੁਸੀਂ ਥੋੜ੍ਹਾ ਜਿਹਾ ਜਾਣਕਾਰੀ ਦਿਓ ਵੀ ਸਰਕਾਰ ਵੱਲੋਂ ਹਰੇਕ ਪਿੰਡਾਂ ਵਾਸਤੇ ਇਹ ਜਿਹੜੇ ਦਿੱਤੇ ਜਾਂਦੇ ਆ ਕਿ ਜਾਂ ਕੋਈ ਚੁਣਵਾਂ ਪਿੰਡਾਂ ਦੇ ਵਿੱਚ ਆਏ ਜਿਹੜੀ ਕੋਈ ਸਕੀਮ ਹੈ? ਨਹੀਂ ਜੀ, ਇਹ ਮਨਰੇਗਾ ਦੇ ਤਹਿਤ ਆਉਂਦੇ ਆ ਤੇ ਔਰ ਸੈਂਟਰ ਗਵਰਨਮੈਂਟ ਦੀ ਇਹ ਸਕੀਮ ਹੈਗੀ ਆ। ਸਾਰੇ ਪੰਜਾਬ ਦੇ ਛੱਡ ਸਾਰੇ ਹਿੰਦੁਸਤਾਨ ਦੇ ਜਿਹੜੇ ਜ਼ਿਲ੍ਹੇ ਆ 28 ਉਹਨਾਂ ਵਾਸਤੇ ਇਹ ਸਕੀਮ ਹੈਗੀ ਆ। ਸੋ ਇਹਦੇ ਵਿੱਚ 97,000 ਦਾ ਜਿਹੜਾ ਵੱਡਾ ਸ਼ੈੱਡ ਹੈ ਉਹ ਹੁੰਦਾ,
ਤੁਸੀਂ 97000 ਦੇ ਵਿੱਚ 100% ਹੀ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ। ਇੱਕੋ ਹੀ ਸ਼ਰਤ ਹੁੰਦੀ ਹੈ ਕਿ ਪਾਉਣਾ ਤੁਸੀਂ ਪਹਿਲੋਂ ਆਪਣੇ ਖਰਚੇ ਨਾਲ ਹੁੰਦਾ। ਸੋ ਖਰਚੇ ਤੋਂ ਬਾਅਦ ਜਿਵੇਂ ਜਿਵੇਂ ਤੁਸੀਂ ਆਪਣੀ ਜਿਹੜੀ ਆ ਬਿੱਲ ਵਗੈਰਾ ਨੇ, ਜਿਹੜੇ ਵਾਊਚਰ ਨੇ, ਉਹ ਪੂਰੇ ਕਰਦੇ ਹੋ ਤੇ ਫਿਰ ਗਵਰਨਮੈਂਟ ਹੈ ਜਿਹੜੀ ਉਹ ਤੁਹਾਡੇ ਖਾਤੇ ਦੇ ਵਿੱਚ ਪੈਸੇ ਪਾ ਦਿੰਦੀ ਹੈ। ਸਾਡੇ ਨਾਲ ਜੁੜੇ ਹਨ ਪਿੰਡ ਦੇ ਜਿਹੜੇ ਨੰਬਰਦਾਰ ਨੇ ਮਹਿੰਦਰ ਸਿੰਘ, ਉਹਨਾਂ ਤੋਂ ਜਾਣਕਾਰੀ ਲਵਾਂਗੇ ਅਸੀਂ ਵੀ ਪਿੰਡ ਦੇ ਜਿਹੜੇ ਵਿਕਾਸ ਕਾਰਜ ਕੀਤੇ ਜਾ ਰਹੇ ਆ ਉਹਨਾਂ ਦਾ ਜਿਹੜਾ ਪੰਚਾਇਤ ਵੱਲੋਂ ਕੀਤੇ ਜਾ ਰਿਹਾ ਤਾਂ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਆ ਹੁਣ ਦੀ ਜਿਹੜੀ ਪੰਚਾਇਤ ਵੱਲੋਂ ਕੰਮ ਕੀਤੇ ਜਾਂਦੇ ਨੇ। ਦੇਖੋ ਜੀ, ਗੱਲ ਇਸ ਤਰ੍ਹਾਂ ਹੈ ਵੀ ਸਾਰੇ ਪੰਜਾਬ ਵਿੱਚ ਕਾਨੂੰਨ ਤੇ ਸਾਰਿਆਂ ਵਾਸਤੇ ਲਾਗੂ ਹੈ, ਸਾਰੇ ਪੰਜਾਬ ਵਾਸਤੇ। ਪਰ ਸਾਡੇ ਪਿੰਡ ਦਾ ਜਿਹੜਾ ਸਰਪੰਚ ਸਾਹਿਬ ਇਹ ਬਾਹਰ ਜਾ ਕੇ ਆਏ ਨੇ ਤੇ ਇਹਨਾਂ ਦੀ ਸੋਚ ਬੜੀ ਤਗੜੀ ਸੀ। ਇਸ ਕਰਕੇ ਇਹਨਾਂ ਨੇ ਮਤਲਬ ਨਰੇਗਾ ਦੇ ਵਿੱਚ ਸਾਡੇ 16 ਸ਼ੈੱਡ ਬਣਵਾ ਕੇ ਲੋਕਾਂ ਨੂੰ ਬਹੁਤ ਮਤਲਬ ਅੱਗੇ ਵਧਾਇਆ। ਨਹੀਂ ਤੇ ਜਿਹੜੇ ਲੋਕੀ ਕਈ ਗਰੀਬ ਬੰਦੇ ਹਨ ਜਿਨ੍ਹਾਂ ਨੇ ਸ਼ੈੱਡ ਨਹੀਂ ਹਜੇ ਤੱਕ ਪਾਏ, ਤੇ ਇਸ ਕਰਕੇ ਅਸੀਂ ਤੇ ਸਰਪੰਚ ਸਾਹਿਬ ਦੀ ਬਹੁਤ ਜ਼ਿਆਦਾ ਸਿਫਤ ਕਰਨੇ ਆ ਵੀ ਜਿਹੜੇ ਇਹਨਾਂ ਨੇ ਮਤਲਬ ਸਾਡੇ ਕੰਮ ਨੂੰ ਬਹੁਤ ਪਿੰਡ ਨੂੰ ਅੱਗੇ ਲਾਤਾ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਪਿੰਡ ਦੇ ਜਿਹੜਾ ਸਰਪੰਚ ਹੈ ਉਹਨੂੰ ਹਾਂ। ਇਮਾਨਦਾਰ ਹੋਣ ਦੇ ਨਾਲ ਨਾਲ ਹਾਂਜੀ, ਪੜ੍ਹਿਆ ਲਿਖਿਆ ਜਿਹੜਾ ਲਿਖਿਆ ਹੋਣਾ, ਵੀ ਹੈ। ਜਾਗਰੂਕ ਹੋਣਾ ਵੀ ਜਿਹੜਾ ਬਹੁਤ ਜ਼ਰੂਰੀ ਹੈ ਵੀ ਜਿਹੜਾ ਉਹਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਂ ਹੋਰ ਕੰਮਾਂ ਬਾਰੇ ਪਤਾ ਲੱਗ ਸਕੇ। ਹਾਂਜੀ ਹਾਂਜੀ ਹਾਂਜੀ, ਇਸ ਕਰਕੇ ਇਹਨਾਂ ਨੂੰ ਸਕੀਮਾਂ ਤਾਂ ਸਾਰੀਆਂ ਦਾ ਪਤਾ ਸੀ, ਤਾਂ ਹੀ ਸਾਡਾ ਪਿੰਡ ਜਿਹੜਾ ਹੈ ਸਾਰੇ ਅੱਜ ਪੰਜਾਬ ਦੇ ਵਿੱਚ ਨੰਬਰ 1 ਦੇ ਉੱਤੇ ਜਾ ਰਿਹਾ। ਹੋਰ ਪਿੰਡਾਂ ਦੇ ਵਿੱਚ ਆਸ-ਪਾਸ ਜਿਹੜਾ ਹੈਗਾ ਪੰਚਾਇਤਾਂ ਵੱਲੋਂ ਕੰਮ ਕਰਵਾਇਆ ਜਾ ਰਿਹਾ, ਉਹਨਾਂ ਵੱਲੋਂ ਤੁਸੀਂ ਕੀ ਇੱਥੇ ਵਿਲੱਖਣ ਦੇਖਦੇ ਹੋ ਪੰਚਾਇਤ ਵੱਲੋਂ? ਵੇਖੋ ਜੀ, ਅਸੀਂ ਤੇ ਆਨੇ ਆ ਵੀ ਸਾਡੇ ਪਿੰਡ ਦੀ ਜ਼ਮੀਨ ਸਾਰੀ 16 ਕਿੱਲੇ ਵੇ, ਤੇ ਜਦੋਂ ਕਿ ਸਾਡੇ ਪਿੰਡ ਦੀ ਆਮਦਨ ਕੋਈ ਨਹੀਂ ਗੀ, ਪਰ ਫਿਰ ਵੀ ਇਹ ਨਰੇਗਾ ਦੇ ਤੌਰ ਦੇ ਉੱਤੇ ਪੜ੍ਹੇ ਲਿਖੇ ਹੋਣ ਦੇ ਨਾਤੇ ਇਹਨਾਂ ਨੇ ਪਿੰਡ ਦਾ ਬਹੁਤ ਸੋਹਣਾ ਸੁਧਾਰ ਕੀਤਾ ਹੈ। ਤੇ ਜੇ ਨਾਲ ਦੇ ਪਿੰਡਾਂ ਦਾ ਵੇਖੀਏ ਤੇ ਉਹਨਾਂ ਕੋਲ 300 ਕਿਲੋ ਏਕੜ ਜ਼ਮੀਨ ਹੈ, ਪਰ ਉਹ ਕੁਛ ਵੀ ਵਿਕਾਸ ਨਹੀਂ ਕਰ ਰਹੇ। ਤੇ ਇਹਦੇ ਹਿਸਾਬ ਤੇ ਵੇਖੀਏ ਤੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਬਹੁਤ ਸੋਹਣਾ ਕੰਮ ਕੀਤਾ ਹੈ। ਵੀ ਜੋ ਵੀ ਕਹੇ ਵੀ ਜਿੰਨੀ ਸਿਫਤ ਕਹੀਏ ਉਨੀ ਥੋੜ੍ਹੀ ਹੈ। ਇਹ ਸਨ ਪਿੰਡ ਦੇ ਨੰਬਰਦਾਰ ਜਿਹੜੇ ਸਾਨੂੰ ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੇ ਵਿੱਚ ਜਿਹੜਾ ਪੰਚਾਇਤ ਵੱਲੋਂ ਜਿਹੜੇ ਕੀਤੇ ਜਾ ਰਹੇ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਜਾਣਕਾਰੀ ਦੇ ਰਹੇ ਸੀਗੇ ਵੀ ਬਹੁਤ ਵਧੀਆ ਜਿਹੜਾ ਉਪਰਾਲਾ ਇਹ ਕੀਤਾ ਜਾ ਰਿਹਾ ਪੰਚਾਇਤ ਵੱਲੋਂ। ਪੜ੍ਹੇ ਲਿਖੇ ਸੂਝਵਾਨ ਸਰਪੰਚ ਦੀ ਹੀ ਜਿਹੜੀ ਹੈਗੀ ਆ ਉਹਨਾਂ ਦੇ ਕਹਿਣ ਮੁਤਾਬਕ ਵੀ ਪਿੰਡਾਂ ਦੇ ਵਿੱਚ ਚੋਣ ਕੀਤੀ ਜਾਣੀ ਚਾਹੀਦੀ ਹੈ।